ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਦੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲ ਸਤਿਗੁਰ ਪਰਮ ਕਿਰਪਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲ ਤਰਾ ਪਰ ਪੁੰਨ ਪੁੰਨ ਸੀਸ ਵਾਹਿਗੁਰੂ ਪੁੰਨ ਪੁੰਨ ਸੀਸ ਬੰਦੋਂ ਬਾਰ ਬਾਰ ਜਗਦੀਸ਼ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਓਧਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਓਧਦ ਬੰਦੋ ਕਰ ਅਨੁਰਾਗ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਸਾਧਿਓ ਹਠ ਜੋਗ ਮਹਾਨਾ ਜਾਂ ਤੇ ਮਨ ਰੋਕਿਓ ਬਿਦਨਾਨਾ। ਮਨ ਨਿਰਮਲ ਤੇ ਸ਼ੁਭ ਗਤ ਹੋਵੈ ਜਨਮ ਮਰਨ ਕੇ ਸੰਕਟ ਖੋਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ। ਸਾਧ ਸੰਗਤ ਸੱਚਖੰਡ ਹੈ ਆਏ ਝਰੋਖਾ ਖੋਲ੍ਹੈ ਬਾਰੀ। ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਬੈਰਾਗ ਤਿਆਗ ਦੀ ਮੂਰਤ ਤਿਲਕ ਜੰਜੂ ਦੇ ਰਾਖੇ ਮਿਹਰਬਾਨ ਪਰਮ ਦਿਆਲੂ ਪਰਮ ਕਿਰਪਾਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ
ਜਿਨ੍ਹਾਂ ਦੀ ਜਨਮ ਸਾਖੀ ਆਪ ਜੀ ਸਰਵਣ ਕਰ ਰਹੇ। ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਦਿਆਂ, ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਸਤਿਗੁਰੂ ਜੀ ਇੱਕ ਪ੍ਰਸਿੱਧ ਯੋਗੀ ਭਰਥਰੀ ਜੀ ਨੂੰ ਮਿਲੇ ਹਨ। ਮਹਾਨ ਵਿਦਵਾਨ ਨੇ ਭਰਥਰੀ ਜੀ। ਯੋਗ ਨੂੰ ਪ੍ਰਾਪਤ ਕਰਕੇ, ਹਠ ਯੋਗ ਦੀ ਸਾਧਨਾ ਕਰਕੇ ਹਿਰਦਾ ਸ਼ੁੱਧ ਕੀਤਾ ਹੈ। ਵੈਰਾਗ ਨੂੰ ਧਾਰਨ ਕਰਕੇ ਘਰ-ਬਾਰ ਛੱਡ ਗਏ ਸਨ। ਸਾਧਨਾ ਕੀਤੀ, ਲੰਮੀ ਤਪੱਸਿਆ ਕੀਤੀ। ਦੇਵ ਬਾਣੀ ਦੁਆਰਾ ਬੋਧ ਹੋਇਆ ਕਿ ਤੁਹਾਡੇ ਹਿਰਦੇ ਦੀ ਸੰਤੁਸ਼ਟੀ ਉਸ ਵਕਤ ਹੋਵੇਗੀ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਮਿਲੋਗੇ। ਉਹਨਾਂ ਦੀ ਉਡੀਕ ਕਰੋ, ਉਹ ਆਪ ਆਉਣਗੇ, ਤੁਹਾਨੂੰ ਦਰਸ਼ਨ ਦੇਣਗੇ, ਤੁਹਾਡੇ ਸਵਾਲਾਂ ਦੇ ਜਵਾਬ ਪ੍ਰਾਪਤ ਹੋਣਗੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨਾਲ ਭਰਥਰੀ ਜੀ ਦਾ ਮੇਲ ਹੋਇਆ ਹੈ। ਭਰਥਰੀ ਜੀ ਮਹਾਨ ਵੱਡੇ ਯੋਗੀ ਨੇ ਔਰ ਸੰਸਕ੍ਰਿਤ ਦੇ ਮਹਾਨ ਵਿਦਵਾਨ ਵੀ ਨੇ। ਵੈਰਾਗ ਸ਼ਤਕ, ਨੀਤੀ ਸ਼ਤਕ, ਸ਼ਿੰਗਾਰ ਸ਼ਤਕ ਵਰਗੇ ਗ੍ਰੰਥ ਲਿਖੇ ਨੇ। ਜਦੋਂ ਵੈਰਾਗ ਸ਼ਤਕ ਲਿਖਦੇ ਨੇ, ਉਦੋਂ ਲਿਖਦੇ ਨੇ, ਜਿਨ ਕੋ ਨਿਤਮੋ ਚਿਤਮੋ ਚਿਤਮੋ ਤਿਨ ਕੀ ਰਤ ਮੋ ਤਨ ਮਾਹੇ ਰਤੀ ਨਾ। ਵਹਿਆਨ ਪਮਾਨ ਕੇ ਸੰਗ ਰਚੀ ਪੁਨਤਾ ਮਨ ਮੈਂ ਗਨ ਕਾ ਗ੍ਰਹਿ ਕੀਨਾ। ਭਰਥਰੀ ਜੀ ਨੂੰ ਜਦੋਂ ਵੈਰਾਗ ਹੋਇਆ, ਉਹਦਾ ਇੱਕ ਕਾਰਨ ਬਣਿਆ। ਰਾਜੇ ਸੀ ਬੜੇ ਪ੍ਰਸਿੱਧ। ਇਹਨਾਂ ਦੇ ਦੇਸ਼ ਵਿੱਚ ਇੱਕ ਪੰਡਤ ਜੋ ਗਰੀਬ ਸੀ, ਕੰਗਾਲ ਸੀ, ਉਹਨੇ ਤਪੱਸਿਆ ਕੀਤੀ ਤੇ ਉਹਨੂੰ ਸ਼ਿਵ ਜੀ ਦੀ ਪ੍ਰਸੰਨਤਾ ਤੋਂ ਬਾਅਦ ਇੱਕ ਅਮਰ ਫਲ ਦੀ ਪ੍ਰਾਪਤੀ ਹੋਈ। ਉਹ ਜਿਹੜਾ ਅਮਰ ਫਲ ਸੀ, ਉਹਨੂੰ ਪ੍ਰਾਪਤ ਕਰਕੇ ਪੰਡਤ ਜੀ ਨੇ ਸੋਚਿਆ ਕਿ ਰਾਜੇ ਨੂੰ ਦੇ ਦਿਆਂ। ਭਰਥਰੀ ਰਾਜਾ ਇਹ ਅਮਰ ਫਲ ਲੈ ਕੇ ਇਹਦੇ ਬਦਲੇ 'ਚ ਕੁਝ ਪੈਸੇ ਦੇਵੇਗਾ, ਮੇਰਾ ਗੁਜ਼ਾਰਾ ਵਧੀਆ ਚੱਲੇਗਾ। ਇਹਨੇ ਉਹ ਅਮਰ ਫਲ ਜਾ ਕੇ ਪੰਡਤ ਜੀ ਨੂੰ ਦਿੱਤਾ, ਰਾਜੇ ਭਰਥਰੀ ਨੂੰ ਦਿੱਤਾ। ਰਾਜੇ ਭਰਥਰੀ ਨੇ ਆਪਣੇ ਖਜ਼ਾਨੇ 'ਚੋਂ ਮਾਇਆ ਦੇ ਕੇ ਪੰਡਤ ਨੂੰ ਕਿਰਤਾਰਥ ਕਰ ਦਿੱਤਾ। ਭਰਥਰੀ ਰਾਜੇ ਨੇ ਸੋਚਿਆ ਕਿ ਅਮਰ ਫਲ ਮੈਂ ਖਾ ਵੀ ਲਵਾਂਗਾ ਤਾਂ ਕੀ ਪ੍ਰਾਪਤ ਹੋਣਾ, ਲੰਮੀ ਉਮਰ ਹੋਵੇਗੀ, ਸਰੀਰ ਜਵਾਨ ਰਹੇਗਾ। ਇਹ ਸ਼ੌਂਕ ਇਸਤਰੀਆਂ ਨੂੰ ਹੁੰਦਾ ਹੈ। ਇਹਦਾ ਆਪਣੀ ਰਾਣੀ ਨਾਲ ਬੜਾ ਪ੍ਰੇਮ ਸੀ। ਆਖਿਆ ਰਾਣੀ ਨੂੰ ਦੇ ਦੇਣਾ। ਘਰ ਗਿਆ, ਜਾ ਕੇ ਰਾਣੀ ਨੂੰ ਅਮਰ ਫਲ ਦੇ ਦਿੱਤਾ। ਆਖਿਆ ਰਾਣੀ ਇਹ ਅਮਰ ਫਲ ਹੈ, ਖਾ ਲੈ, ਪਰ ਜਵਾਨੀ ਦੀ ਦਸ਼ਾ 'ਚ ਰਹੇਗੀ, ਲੰਮੀ ਉਮਰ ਹੋਵੇਗੀ। ਰਾਣੀ ਨੇ ਉਹ ਅਮਰ ਫਲ ਕਹਿੰਦੀ ਮੈਂ ਇਸ਼ਨਾਨ ਕਰਕੇ ਛਕਾਂਗੀ। ਰੱਖ ਲਿਆ। ਅਕਸਰ ਰਾਜ ਘਰਾਣਿਆਂ ਦੇ ਵਿੱਚ ਕਈ ਵਾਰੀ ਇਹੋ ਜਿਹੀ ਨੀਚ ਬਿਰਤੀ ਆ ਜਾਂਦੀ ਹੈ। ਇਹ ਰਾਣੀ ਆਪਣੇ ਆਚਰਣ ਤੋਂ ਡਿੱਗੀ ਹੋਈ ਸੀ। ਜਿਹੜਾ ਰਾਜੇ ਭਰਥਰੀ ਦਾ ਸੈਨਾਪਤੀ ਸੀ, ਇਹਦਾ ਉਹਦੇ ਨਾਲ ਪ੍ਰੇਮ ਸੀ। ਉਹਨੂੰ ਬੁਲਾ ਕੇ ਅਮਰ ਫਲ ਉਹਨੂੰ ਦੇ ਦਿੱਤਾ। ਆਖਿਆ ਅਮਰ ਫਲ ਤੂੰ ਖਾ ਲੈ। ਸੈਨਾਪਤੀ ਜਦੋਂ ਤੱਕ ਜਵਾਨ ਹੈ ਉਦੋਂ ਤੱਕ ਤੇਰੀ ਸੈਨਾਪਤੀ ਦੀ ਡਿਊਟੀ ਹੈ। ਬੁੱਢਾ ਹੋ ਗਿਆ ਤੇ ਕੀ ਕਰੇਗਾ, ਇਹ ਆਪਣੇ ਕੋਲ ਰੱਖ ਲੈ। ਸੈਨਾਪਤੀ ਨੇ ਅਮਰ ਫਲ ਲਿਆ ਤੇ ਲੈ ਕੇ ਸੋਚਿਆ ਵੀ ਮੈਂ ਕੀ ਖਾਣਾ ਹੈ। ਇਹਦਾ ਅੱਗੇ ਹੋਰ ਜ਼ਿਆਦਾ ਕਰੈਕਟਰ ਡਿੱਗਾ ਹੋਇਆ, ਆਚਰਣ ਤੋਂ ਡਿੱਗਾ ਹੋਇਆ। ਜਿਹੜਾ ਆਪਣੇ ਦੇਸ਼ ਦੇ ਰਾਜੇ ਦੀ ਰਾਣੀ ਨਾਲ ਵਿਭਚਾਰੀ ਸੀ, ਉਹਦਾ ਕੀ ਕਿਰਦਾਰ ਹੋਵੇਗਾ, ਕਿਉਂਕਿ ਰਾਣੀ ਤਾਂ ਇਹਦੇ ਲਈ ਮਾਤਾ ਰੂਪ ਹੋਣੀ ਚਾਹੀਦੀ ਸੀ। ਇਹਨੇ ਜਾ ਕੇ ਉਹ ਅਮਰ ਫਲ ਇੱਕ ਵੇਸ਼ਵਾ ਨਾਲ ਇਹਦਾ ਪ੍ਰੇਮ ਸੀ, ਉਹਨੂੰ ਦੇ ਦਿੱਤਾ। ਵੇਸ਼ਵਾ ਨੇ ਉਹ ਅਮਰ ਫਲ ਰੱਖ ਲਿਆ ਆਪਣੇ ਕੋਲ। ਸੋਚਦੀ ਆ ਵੀ ਮੈਂ ਤਾਂ ਪਹਿਲਾਂ ਹੀ ਨਰਕ ਭੋਗਦੀ ਆ। ਕਈਆਂ ਦੇ ਸਤੀਆਂ ਦੇ ਸੱਤ ਉਜਾੜਦੀਆਂ, ਘਰ ਉਜਾੜਦੀਆਂ, ਵੀ ਅਮਰ ਫਲ ਖਾ ਕੇ ਲੰਮੀ ਉਮਰ ਲੈ ਕੇ ਵੀ ਤਾਂ ਮੈਂ ਨਰਕ ਹੀ ਭੋਗਣਾ। ਕਿ ਸਾਡੇ ਦੇਸ਼ ਦਾ ਰਾਜਾ ਬੜਾ ਧਰਮੀ ਹੈ ਤੇ ਮੈਂ ਇਹ ਫਲ ਉਹਨੂੰ ਦੇ ਦਿਆਂ, ਉਹ ਖਾ ਲਏਗਾ। ਜਦੋਂ ਦੇਸ਼ ਦੇ ਰਾਜੇ ਧਰਮੀ ਹੁੰਦੇ ਆ ਤੇ ਪ੍ਰਜਾ ਕਹਿੰਦੀ ਹੈ ਵੀ ਇਹਨਾਂ ਰਾਜਿਆਂ ਦੀ ਲੰਮੀ ਉਮਰ ਹੋਵੇ। ਜਦੋਂ ਦੇਸ਼ਾਂ ਦੇ ਰਾਜੇ ਆਪਣੇ ਕਿਰਦਾਰ ਤੋਂ ਡਿੱਗ ਜਾਂਦੇ ਨੇ, ਦੇਸ਼ਾਂ ਦੇ ਰਾਜੇ ਆਪਣੇ ਆਚਰਣ ਤੋਂ ਡਿੱਗ ਜਾਂਦੇ ਨੇ, ਫਿਰ ਪ੍ਰਜਾ ਵੀ
ਪਰਮੇਸ਼ਰ ਅੱਗੇ ਅਰਦਾਸਾਂ ਕਰਦੀ ਆ ਵੀ ਇਹ ਕਦੋਂ ਮਰੇ ਤੇ ਸਾਡਾ ਇਹਦੇ ਤੋਂ ਖਹਿੜਾ ਛੁੱਟੇ। ਧਰਮੀ ਰਾਜਿਆਂ ਦੀ ਲੰਮੀ ਉਮਰ ਮੰਗਦੀ ਆ ਪਰਜਾ। ਵੇਸ਼ਵਾ ਨੇ ਉਹ ਅਮਰ ਫਲ ਲਿਆ ਤੇ ਰਾਜੇ ਭਰਥਰੀ ਕੋਲ ਆ ਗਈ, ਕਹਿੰਦੀ ਰਾਜਾ ਇਹ ਅਮਰ ਫਲ ਹੈ, ਖਾ ਲੈ ਵੀ ਤੇਰੀ ਲੰਮੀ ਉਮਰ ਹੋਵੇਗੀ, ਪਰਜਾ ਨੂੰ ਸੁਖੀ ਕਰੇਗਾ। ਰਾਜੇ ਭਰਥਰੀ ਨੇ ਅਮਰ ਫਲ ਵੇਖਿਆ ਵੀ ਇਹਦੇ ਕੋਲ ਵੇਸ਼ਵਾ ਕੋਲ ਕਿਵੇਂ ਪਹੁੰਚ ਗਿਆ, ਤਾਂ ਮੈਂ ਰਾਣੀ ਨੂੰ ਦਿੱਤਾ ਸੀ। ਉਹਨੇ ਜਦੋਂ ਪੜਤਾਲ ਕੀਤੀ ਤੇ ਪੈੜ ਚੱਲੀ ਪੁੱਠੀ, ਪਤਾ ਲੱਗਾ ਕਿਵੇਂ ਕਿਵੇਂ ਫਲ ਗਿਆ। ਇੱਕਦਮ ਮਨ 'ਚ ਵਿਰਾਗ ਆ ਗਿਆ, ਭਰਥਰੀ ਦੇ ਘਰ-ਬਾਰ ਛੱਡ ਕੇ ਚੱਲ ਪਿਆ। ਉਹ ਲਿਖਦੇ ਆ ਵਿਰਾਗ ਸ਼ਤਕ 'ਚ, ਮਹਾਨ ਵਿਦਵਾਨ ਭਰਥਰੀ ਹਰੀ ਜੀ ਉਹ ਲਿਖਦੇ, ਕਹਿੰਦੇ ਜਿਨ ਕੋ ਨਿਤਮੋ ਚਿਤਮੋ ਚਿਤਮੋ ਤਿਨ ਕੀ ਰਤ ਮੋਹ ਤਨ ਮਾਹੇ ਰਤੀ ਨਾ ਵਹਿ ਆਨ ਪਮਾਨ ਕੇ ਸੰਗ ਰਚੀ ਫੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀਨਾ ਤਾਹੇ ਤਜੋ ਜਾਹੇ ਭਜੋ ਸੀਸ ਸਸੀ ਜਾਹੇ ਕੇ। ਆਖਿਆ ਜਿਸ ਰਾਣੀ ਨੂੰ ਮੈਂ ਨਿਤ ਆਪਣੇ ਚਿੱਤ 'ਚ ਚਿਤਵਦਾ ਸੀ ਉਹ ਮੇਰੇ ਨਾਲ ਪ੍ਰੇਮ ਨਹੀਂ ਸੀ ਕਰਦੀ। ਜਿਨ ਕੋ ਨਿਤਮ, ਕਵਿਤਾ ਵੇਖੋ ਕੈਸੀ ਸੁੰਦਰ ਲਿਖਦੇ ਭਰਥਰੀ ਜੀ, ਚਿਤਮੋ ਚਿਤਮੋ, ਜਿਹਨੂੰ ਮੈਂ ਚਿੱਤ ਵਿੱਚ ਚਿਤਵਦਾ ਸੀ, ਤਿਨ ਕੀ ਰਤ ਉਹਦੀ ਪ੍ਰੀਤ, ਮੋਹ ਤਨ ਮਾਹੇ ਰਤੀ ਨਾ, ਮੇਰੇ 'ਚ ਪ੍ਰੇਮ ਨਹੀਂ ਸੀ ਰਾਣੀ ਦਾ। ਵਹਿ ਆਨ ਪਮਾਨ ਕੇ ਸੰਗ ਰਚੀ, ਉਹ ਬਗਾਨੇ ਪੁਰਸ਼ ਦੇ ਪ੍ਰੇਮ ਦੇ ਵਿੱਚ ਪਈ ਹੋਈ ਸੀ। ਫੁਨ ਤਾ ਮਨ ਮੈਂ ਗਨਕਾ ਗ੍ਰਹਿ ਕੀਨਾ, ਜਿਹੜਾ ਉਹ ਸੈਨਾਪਤੀ ਸੀ ਉਹ ਰਾਣੀ ਨਾਲ ਪ੍ਰੇਮ ਨਹੀਂ ਸੀ ਕਰਦਾ, ਉਹ ਅੱਗੇ ਗਣਕਾ ਨਾਲ ਪ੍ਰੇਮ ਕਰਦਾ ਸੀ, ਵੇਸ਼ਵਾ ਨਾਲ ਪ੍ਰੇਮ ਕਰਦਾ ਸੀ। ਆਖਿਆ ਉਹ ਛੱਡ ਮਨਾ, ਕਿਹਦੇ ਪਿੱਛੇ ਜ਼ਿੰਦਗੀ ਖਰਾਬ ਕਰੀ ਜਾਣਾ, ਛੱਡ ਇਹਨਾਂ ਨੂੰ, ਉਹਦਾ ਭਜਨ ਕਰੀਏ ਜਿਹਦੇ ਸਿਰ ਤੇ ਚੰਦਰਮਾ, ਕਿਉਂਕਿ ਸ਼ਿਵ ਜੀ ਦਾ ਭਗਤ ਬਣਿਆ। ਤਪੱਸਿਆ ਬੜੀ ਕੀਤੀ ਸੀ, ਸਾਧਨਾ ਬੜੀ ਕੀਤੀ ਸੀ, ਹਿਰਦੇ ਨੂੰ ਸਕੂਨ ਨਹੀਂ ਸੀ, ਮਨ ਨੂੰ ਸ਼ਾਂਤੀ ਨਹੀਂ ਸੀ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਮਹਾਰਾਜ ਜੀ ਦੇ ਦੀਦਾਰ ਕਰਕੇ ਹਿਰਦੇ ਨੂੰ ਸਕੂਨ ਮਿਲਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨਾਲ ਵਾਰਤਾ ਹੋ ਰਹੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਸਾਧਿਓ ਹਠ ਜੋਗ ਮਹਾਨਾ। ਭਰਥਰੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਮੈਂ ਹਠ ਯੋਗ ਦੀ ਬੜੀ ਸਾਧਨਾ ਕੀਤੀ ਹੈ। ਹਠ ਯੋਗ ਜਿਹਦੇ ਬਾਰੇ ਪਿੱਛੇ ਆਪ ਜੀ ਨੇ ਕਥਾ ਸੁਣੀ ਹੈ, ਰਾਜੇ ਸ਼ਿਵਨਾਭ ਨੂੰ ਉਪਦੇਸ਼ ਦਿੱਤਾ ਸਤਿਗੁਰਾਂ ਨੇ। 8 ਅੰਗ ਹੁੰਦੇ ਨੇ ਹਠ ਯੋਗ ਦੇ, ਯਮ ਨੇਮ ਪ੍ਰਾਣਾਯਾਮ ਧਿਆਨ ਧਾਰਨਾ ਸਮਾਧੀ ਆਸਣ, ਤੋ ਇਸ ਤਰ੍ਹਾਂ 8 ਅੰਗ। ਕਹਿੰਦਾ ਜੀ ਮੈਂ ਹਠ ਯੋਗ ਜਿਹੜਾ ਉਹ ਬੜਾ ਸਾਧਿਆ ਹੈ, ਹਠ ਯੋਗ ਦੀ ਕਮਾਈ ਕੀਤੀ ਹੈ। ਜਾਂ ਤੇ ਮਨ ਰੋਕਿਓ ਬਿਦ ਨਾਨਾ, ਮੈਂ ਨਾਨਾ ਪ੍ਰਕਾਰ ਨਾਲ ਆਪਣੇ ਮਨ ਨੂੰ ਕਾਬੂ ਕੀਤਾ ਹੈ, ਆਪਣੇ ਮਨ ਨੂੰ ਰੋਕਿਆ ਹੈ। ਮਨ ਨਿਰਮਲ ਤੇ ਸ਼ੁਭ ਗਤ ਹੋਵੇ, ਕਿਉਂਕਿ ਮੈਂ ਇਹ ਜਾਣਦਾ ਹਾਂ ਕਿ ਜੇ ਮਨ ਨਿਰਮਲ ਹੋਵੇ, ਮਨ ਪਵਿੱਤਰ ਹੋਵੇ ਤਾਂ ਸ਼ੁਭ ਗਤੀ ਪ੍ਰਾਪਤ ਹੁੰਦੀ ਹੈ। ਨਿਰਮਲ ਮਨ ਵਾਲਿਆਂ ਨੂੰ, ਪਵਿੱਤਰ ਤੇ ਸ਼ੁੱਧ ਅੰਤਸ਼ਕਰਨ ਵਾਲਿਆਂ ਨੂੰ ਮੁਕਤੀ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਤਬ ਲੋ ਮਰਨ ਕੇ ਸੰਕਟ ਖੋਵੈ, ਔਰ ਜਨਮ ਮਰਨ ਦੇ ਜਿਹੜੇ ਸੰਕਟ ਨੇ ਉਹ ਖੋਏ ਜਾਂਦੇ ਹਨ। ਜਬ ਲੋ ਮਨ ਓ ਰਹਿ ਮਲੀਨਾ, ਜਦੋਂ ਤੱਕ ਇਹ ਮਨ ਮਲੀਨ ਰਹੇ ਉਦੋਂ ਤੱਕ ਜੀਵ ਮਹਾਰਾਜ ਜੀ ਜਨਮ ਮਰਨ ਦੇ ਚੱਕਰਾਂ 'ਚ ਭਟਕਦਾ ਹੈ। ਮਨ ਸ਼ੁੱਧ ਹੋਵੇ ਤੇ ਮੁਕਤ ਹੋ ਜਾਂਦਾ ਹੈ। ਜੇ ਮਨ ਮਲੀਨ ਹੋਵੇ, ਮਨ ਮੈਲਾ ਹੋਵੇ, ਤਬ ਲੋ ਹੋਏ ਨਾ ਬੰਧਨ ਹੀਨਾ, ਉਦੋਂ ਤੱਕ ਇਹ ਜੀਵ ਬੰਧਨਾਂ ਤੋਂ ਮੁਕਤ ਨਹੀਂ ਹੁੰਦਾ। ਜਦੋਂ ਤੱਕ ਇਹਦਾ ਮਨ ਮਲੀਨ ਹੈ, ਮਨ ਮੈਲਾ ਹੈ, ਉਦੋਂ ਤੱਕ ਫਿਰ ਸਭ ਕੁਝ ਮੈਲਾ ਹੀ ਹੈ। ਜੇ ਮਨ ਸ਼ੁੱਧ ਨਹੀਂ ਹੈ, ਮਨ ਮਲੀਨ ਹੋਵੇ ਤੇ ਜੀਵ ਦੇ ਬੰਧਨ ਨਹੀਂ ਕੱਟੇ ਜਾਂਦੇ, ਜੀਵ ਬੰਧਨਾਂ ਤੋਂ ਮੁਕਤ ਨਹੀਂ ਹੁੰਦਾ।
ਭਗਤ ਵਿਖੈ ਨਿਰਮਲ ਮਨ ਕੈਸੇ। ਤੇ ਫਿਰ ਭਗਤੀ ਵਿੱਚ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਨਿਰਮਲ ਮਨ ਉਹੀ ਲੱਗਦਾ ਹੈ। ਹੋਵਤ ਹੈ ਸੁਖ ਹੋ ਬਿਦ ਤੈਸੇ। ਮਹਾਰਾਜ ਜੀ ਵੀ ਕਸ਼ਟ ਯੋਗ ਨਾਲ ਜਿਹੜਾ ਹੱਠ ਯੋਗ ਹੈ ਉਹਦੇ ਨਾਲ ਤਾਂ ਮਨ ਨਿਰਮਲ ਹੁੰਦਾ ਮੈਂ ਸੁਣਿਆ। ਤੁਸੀਂ ਕਹਿੰਦੇ ਹੋ ਭਗਤੀ ਯੋਗ ਨਾਲ ਵੀ ਮਨ ਨਿਰਮਲ ਹੁੰਦਾ। ਕਿਰਪਾ ਕਰਕੇ ਦੱਸੋ ਕਿ ਭਗਤ ਯੋਗ ਨਾਲ ਇਹ ਮਨ ਨਿਰਮਲ ਕਿਵੇਂ ਹੁੰਦਾ? ਭਰਤਰੀ ਜੀ ਪੁੱਛਦੇ। ਮਹਾਰਾਜ ਹੱਠ ਯੋਗ, ਕਿਉਂਕਿ ਯੋਗੀ ਸੀ ਨਾ, ਯੋਗੀ ਤਾਂ ਹੁਣ ਹੱਠ ਯੋਗ ਨਾਲ ਹੀ ਮਨ ਨਿਰਮਲ ਕਰਦੇ ਨੇ, ਮਨ ਨੂੰ ਰੋਕਦੇ ਨੇ, ਮਨ ਦੀ ਵਿਖੇਪਤਾਈ ਨੂੰ, ਚੰਚਲਤਾਈ ਨੂੰ ਰੋਕਦੇ ਨੇ, ਮਨ ਦੀ ਮੈਲ ਨੂੰ ਧੋਂਦੇ ਆ। ਮਹਾਰਾਜ ਜਿਹੜਾ ਇਹ ਭਗਤੀ ਯੋਗ ਹੈ ਇਹਦੇ ਨਾਲ ਮਨ ਕਿਵੇਂ ਨਿਰਮਲ ਹੋਵੇਗਾ? ਮੇਰੇ ਮਨ 'ਚ ਇਹ ਸਵਾਲ ਹੈ। ਬਿਨਾ ਯੋਗ ਅਸਮੰਜਸ ਗਾਥਾ। ਮਹਾਰਾਜ ਜੀ ਇਹ ਤਾਂ ਬੜੀ ਅਸਮੰਜਸ ਗੱਲ ਹੈ, ਨਾ ਹੋਣ ਵਾਲੀ ਗੱਲ ਹੈ ਵੀ ਯੋਗ ਤੋਂ ਬਿਨਾਂ ਮਨ ਨਿਰਮਲ ਕਿਵੇਂ ਹੋਵੇਗਾ? ਮਨ ਨਿਰਮਲ ਕਰਨ ਵਾਸਤੇ ਤਾਂ ਯੋਗ ਸਾਧਨਾ ਕਰਨੀ ਪੈਂਦੀ ਹੈ। ਯੋਗ ਤੋਂ ਬਿਨਾਂ ਮਨ ਨਿਰਮਲ ਕਿਵੇਂ ਹੋਵੇਗਾ? ਥਿਰਤਾ ਹੈ ਪ੍ਰਾਪਤ ਮਨ ਸਾਥਾ। ਇਹ ਮਨ ਕਿਵੇਂ ਟਿਕੇਗਾ ਯੋਗ ਦੀ ਸਾਧਨਾ ਤੋਂ ਬਿਨਾਂ? ਕਿਉਂਕਿ ਯੋਗੀਆਂ ਦਾ ਜਿਹੜਾ ਮੁੱਖ ਸੂਤਰ ਹੈ ਉਹ ਕਹਿੰਦੇ ਪ੍ਰਾਣਾਯਾਮ ਕਰਕੇ ਸਵਾਸਾਂ ਨੂੰ ਰੋਕ ਕੇ ਮਨ ਰੋਕਿਆ ਜਾਂਦਾ। ਉਹ ਕਹਿੰਦੇ ਯੋਗਹ ਚਿੱਤ ਵਿਰਤੀ ਨਿਰੋਧਾ। ਯੋਗ ਦੇ ਨਾਲ ਹੀ ਚਿੱਤ ਵਿਰਤੀਆਂ ਨੂੰ ਰੋਕਿਆ ਜਾ ਸਕਦਾ। ਤੇ ਜੇ ਯੋਗ ਕੀਤਾ ਹੀ ਨਹੀਂ ਤੇ ਮਨ ਕਿਵੇਂ ਰੁਕੇਗਾ? ਤੁਸੀਂ ਕਹਿੰਦੇ ਹੋ ਹੱਠ ਯੋਗ ਦੀ ਲੋੜ ਨਹੀਂ ਹੈ, ਤੇ ਫਿਰ ਇਹ ਮਨ ਕਿਵੇਂ ਰੁਕੇਗਾ? ਇਹ ਮਨ ਕਿਵੇਂ ਇਕਾਗਰ ਹੋਵੇਗਾ? ਇੱਕ ਸੰਸੈ ਮੁਝ ਅਸ ਪ੍ਰਕਾਰੇ। ਮਹਾਰਾਜ ਜੀ ਇੱਕ ਤਾਂ ਮੇਰੇ ਮਨ 'ਚ ਇਹ ਸੰਸਾ ਹੈ, ਇਹਦੀ ਨਿਰਵਿਰਤੀ ਸਤਿਗੁਰੂ ਜੀ ਤੁਸੀਂ ਕਰੋ। ਦੂਸਰ ਕਹੋ ਤੁਮਾਰ ਅਗਾਰੇ। ਤੇ ਮਹਾਰਾਜ ਜੀ ਦੂਸਰਾ ਸੰਸਾ ਜੋ ਮੇਰੇ ਮਨ ਵਿੱਚ ਹੈ ਉਹ ਵੀ ਮੈਂ ਆਪ ਜੀ ਦੇ ਸਨਮੁਖ ਦੱਸਦਾ ਹਾਂ। ਪੀ ਪਿਆਲਾ ਸਿਧ ਹੋਇ ਮਸਤਾਨੇ। ਦੂਸਰਾ ਸਵਾਲ, ਦੂਸਰਾ ਸੰਸਾ ਮੇਰੇ ਮਨ 'ਚ ਹੈ ਵੀ ਜਿਹੜੇ ਸਾਡੇ ਯੋਗੀ ਨੇ, ਯੋਗ ਮਤ ਵਾਲੇ, ਉਹ ਸ਼ਰਾਬ ਦੇ ਪਿਆਲੇ ਪੀ ਕੇ ਤੇ ਉਹਦੇ ਧਿਆਨ ਦੇ ਵਿੱਚ ਉਹ ਫਿਰ ਆਪਣੀ ਧੁਨ ਜੋੜਦੇ ਆ, ਮਸਤ ਹੋ ਕੇ ਸ਼ਰਾਬ ਪੀ ਕੇ। ਉਹ ਕਹਿੰਦੇ ਪਿਤਵਾ 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 ਜਬ ਲਗ ਸੁਧ ਨਾ ਭੂਲਤੇ। ਉਹ ਕਹਿੰਦੇ ਵੀ ਸ਼ਰਾਬ ਉਦੋਂ ਤੱਕ ਪੀਵੋ, ਉਦੋਂ ਤੱਕ ਪੀਵੋ ਜਦੋਂ ਤੱਕ ਤੁਸੀਂ ਆਪਣੀ ਸੁਧ ਬੁੱਧ ਨਾ ਭੁੱਲ ਜੋ। ਯੋਗੀ ਇਹ ਕਹਿੰਦੇ ਆ। ਉਹ ਕਹਿੰਦੇ ਸ਼ਰਾਬ ਪੀਤੇ ਬਿਨਾ ਧਿਆਨ ਇਕਾਗਰ ਨਹੀਂ ਹੁੰਦਾ। ਮਹਾਰਾਜ ਜੀ ਸਾਡੇ ਯੋਗੀ ਤਾਂ ਇਹ ਕਹਿੰਦੇ ਹੁੰਦੇ ਆ ਵੀ ਸ਼ਰਾਬ ਪੀਵੋ ਤੇ ਫਿਰ ਸੁਰਤ ਜੁੜਦੀ ਹੈ। ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਗੁਰਸਿੱਖ ਨੂੰ ਹਰ ਪਾਸਿਓਂ ਸਾਵਧਾਨ ਕੀਤਾ। ਸ਼ਰਾਬ ਇਹਦਾ ਸੇਵਨ ਗੁਰਸਿੱਖ ਨੇ ਸੁਪਨੇ ਵਿੱਚ ਵੀ ਨਹੀਂ ਕਰਨਾ। ਜਾਗਦਿਆਂ ਪੀਣ ਦੀ ਗੱਲ ਤਾਂ ਪਰੀ ਦੂਰ ਦੀ ਹੈ। ਗੁਰੂ ਕੇ ਸਿੱਖ ਨੇ ਸ਼ਰਾਬ ਦਾ ਸੁਪਨੇ ਵਿੱਚ ਵੀ ਸੰਕਲਪ ਨਹੀਂ ਕਰਨਾ ਕਿ ਇਹਦਾ ਸਵਾਦ ਕਿਹੋ ਜਿਹਾ ਹੁੰਦਾ, ਇਹ ਪੀ ਕੇ ਵੇਖੀਏ, ਫੁਰਨਾ ਤੱਕ ਵੀ ਨਹੀਂ ਕਰਨਾ। ਬੜੀ ਵੱਡੀ ਹੈਰਾਨੀ ਹੁੰਦੀ ਹੈ ਸੁਣ ਕੇ। ਕਹਿੰਦੇ ਪੂਰੇ ਦੇਸ਼ ਹਿੰਦੁਸਤਾਨ ਦੇ ਵਿੱਚ ਜਿੰਨੀ ਸ਼ਰਾਬ ਪੀਤੀ ਜਾਂਦੀ ਹੈ ਓਨੀ ਸ਼ਰਾਬ ਪੰਜਾਬ ਦੇ ਵਿੱਚ ਇੱਕ ਸਾਲ ਭਰ ਪੰਜਾਬ ਦੇ ਲੋਕ ਪੀ ਲੈਂਦੇ ਆ। ਬੜੀ ਵੱਡੀ ਹੈਰਾਨੀ ਕਿ ਪੰਜਾਬ ਦੀ ਉਹ ਧਰਤੀ ਜੋ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਧਰਤੀ ਹੈ, ਉੱਥੋਂ ਦੇ ਵਸਿੰਦੇ ਪੂਰੇ ਭਾਰਤ ਖੰਡ ਦੇ ਵਿੱਚ ਸ਼ਰਾਬ ਪੀਣ ਦੇ ਮਾਮਲੇ 'ਚ ਇੱਕ ਨੰਬਰ ਤੇ ਨੇ। ਬਾਕੀ ਸਾਰੇ ਮਾਮਲਿਆਂ 'ਚ ਥੱਲੜੇ ਪਾਸਿਓਂ ਇਹਨਾਂ ਦੀ ਗਿਣਤੀ ਸ਼ੁਰੂ ਹੁੰਦੀ ਹੈ। ਹੈਰਾਨੀ ਹੈ ਕਿ ਪੰਜਾਬ ਦੇ ਵਾਸੀਆਂ ਦਾ, ਗੁਰੂ ਕੇ ਸਿੱਖਾਂ ਦਾ ਕਿਰਦਾਰ ਨਹੀਂ ਕਿ ਰਾਤ ਨੂੰ ਬੇਸੁੱਧ ਹੋ ਕੇ ਪੀਣੀ ਤੇ ਸਵੇਰੇ ਸਵੇਰੇ ਉੱਠ ਕੇ ਨਾਲੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਵੀ ਕਰਨੇ। ਇਹੋ ਜਿਹੇ ਵੀ ਐਣ ਜਿਸ ਨੂੰ ਪੀ ਕੇ ਬੰਦੇ ਨੂੰ ਆਪਣੀ ਸੁੱਧ ਨਹੀਂ, ਆਪਣੀ ਭੈਣ, ਆਪਣੀ ਇਸਤਰੀ ਦੇ ਵਿੱਚ ਵੀ ਫਰਕ ਮਹਿਸੂਸ ਨਾ ਹੋਵੇ, ਉਹ ਤਾਂ ਦਾਨਵਾਂ ਦੀ ਬਿਰਤੀ ਵਾਲੀ ਸ਼ਰਾਬ ਰਾਖਸ਼ਾਂ ਦੇ ਹਿੱਸੇ ਆਈ ਹੈ, ਦੇਵਤਿਆਂ ਦੇ ਨਹੀਂ। ਦੇਵਤਿਆਂ ਨੂੰ ਅੰਮ੍ਰਿਤ ਆਇਆ ਸੀ ਹਿੱਸੇ। ਜਦੋਂ ਕਹਿੰਦੇ ਸ਼ਰਾਬ ਕਹਿੰਦੇ ਨਿਕਲੀ ਰਤਨਾਂ ਵਿੱਚੋਂ ਨਿਕਲੀ, ਇਹ ਪੁਰਾਣਕ ਕਥਾ। ਕਹਿੰਦੇ ਰਾਖਸ਼ਾਂ ਦੇ ਹਿੱਸੇ 'ਚ ਆਈ, ਅੰਮ੍ਰਿਤ ਦੇਵਤਿਆਂ ਦੇ ਹਿੱਸੇ ਆਇਆ।
ਖੰਡੇ ਦੀ ਪੌਲ ਗੁਰੂ ਕੇ ਸਿੱਖਾਂ ਦੇ ਹਿੱਸੇ ਆਉਂਦੀ ਹੈ ਤੇ ਆ ਜਿਹੜੀ ਮਾੜੀ ਚੀਜ਼ ਰਾਖਸ਼ਾਂ ਦੇ ਹਿੱਸੇ ਹੈ। ਖੈਰ ਸਿੱਧ ਤੇ ਯੋਗੀ ਵੀ ਪੀਂਦੇ ਸੀ। ਹੁਣ ਭਰਥਰੀ ਨੂੰ ਉਹਨੂੰ ਤਾਂ ਇਹ ਸੀ ਵੀ ਸ਼ਰਾਬ ਪੀ ਕੇ ਧਿਆਨ ਜੋੜੀਦਾ, ਸ਼ਰਾਬ ਪੀ ਕੇ ਧਿਆਨ ਇਕਾਗਰ ਕਰਕੇ ਇਸ ਪਾਸੇ ਲਾਈਦਾ। ਕਹਿਣ ਲੱਗਾ ਜੀ ਤੁਸੀਂ ਕਹਿੰਦੇ ਹੋ ਸ਼ਰਾਬ ਦਾ ਸੇਵਨ ਹੀ ਨਹੀਂ ਕਰਨਾ, ਸਾਡੇ ਤਾਂ ਜਿਹੜੇ ਯੋਗ ਮਤ ਦੇ ਲੋਕ ਨੇ ਉਹ ਕਹਿੰਦੇ ਸ਼ਰਾਬ ਪੀਤੇ ਬਿਨਾਂ ਧਿਆਨ ਇਕਾਗਰ ਨਹੀਂ ਹੁੰਦਾ, ਤੁਸੀਂ ਕਿਵੇਂ ਕਰਦੇ ਹੋ ਜੀ ਧਿਆਨ ਇਕਾਗਰ? ਤੁਸੀਂ ਤਾਂ ਪੀਂਦੇ ਨਹੀਂ ਪਿਆਲਾ। ਹਾਂਜੀ। ਰਹਿ ਅਨਾਹਦ ਧੁਨ ਗਲਤਾਨੇ, ਜਦੋਂ ਸ਼ਰਾਬ ਪੀਂਦੇ ਆ ਤੇ ਉਹਦੇ ਵਿੱਚ ਉਹ ਧਿਆਨ ਇਕਾਗਰ ਕਰਕੇ ਜਿਹੜੀ ਧੁਨ ਲੱਗਦੀ ਆ ਸਿੰਗੀ ਦੀ ਜਾਂ ਅੰਦਰ, ਉਹਦੀ ਧੁਨ ਦੇ ਵਿੱਚ ਸਾਡੇ ਯੋਗੀ ਲੀਨ ਰਹਿੰਦੇ ਹਨ। ਵਿਖੇ ਬਾਸ਼ਨਾ ਤੇ ਬੈਰਾਗੀ, ਵਿਸ਼ਿਆਂ ਵਾਸ਼ਨਾਵਾਂ ਤੋਂ ਗੁਰਸਿੱਖ ਵੈਰਾਗੀ ਰਹਿੰਦੇ ਨੇ, ਤੁਸੀਂ ਇਹ ਦੱਸਦੇ ਹੋ। ਤੇ ਜਿਹੜੇ ਸਾਡੇ ਸਿੱਧ ਯੋਗੀ ਨੇ ਉਹ ਵੀ ਸ਼ਰਾਬ ਪੀ ਕੇ ਧੁਨ 'ਚ ਧਿਆਨ ਲਾਉਂਦੇ ਐ ਤੇ ਵਿਸ਼ਿਆਂ ਵਿਕਾਰਾਂ ਤੋਂ ਵੈਰਾਗੀ ਹੋ ਕੇ ਰਹਿੰਦੇ ਹਨ। ਨਿਸਬਾਸੁਰ ਏਕੋ ਲਿਵ ਲਾਗੇ, ਰਾਤ ਦਿਨ ਉਹਨਾਂ ਦੀ ਇੱਕੋ 'ਚ ਲਿਵ ਲੱਗੀ ਰਹਿੰਦੀ ਹੈ। ਭਗਤ ਵਿਖੇ ਕਾਂ ਕੇ ਬਲ ਸੰਗਾ, ਗੁਰੂ ਜੀ ਕਿਰਪਾ ਕਰਕੇ ਦੱਸੋ ਕਿ ਜਿਹੜਾ ਤੁਹਾਡਾ ਭਗਤੀ ਦਾ ਮਾਰਗ ਹੈ ਇਹਦੇ ਵਿੱਚ ਕਿਸ ਬਲ ਨਾਲ ਲਿਵ ਲਾਗੈ ਏਕੈ ਹਰ ਰੰਗਾ, ਕਿ ਇੱਕ ਹਰੀ ਰੰਗ ਦੇ ਵਿੱਚ ਲਿਵ ਕਿਵੇਂ ਲੱਗਦੀ ਹੈ? ਕਿਉਂਕਿ ਭਗਤੀ ਮਾਰਗ ਦੇ ਵਿੱਚ ਤਾਂ ਸ਼ਰਾਬ ਪੀਣ ਦਾ ਹੁਕਮ ਨਹੀਂ ਹੈ, ਪਿਆਲਾ ਪੀਣ ਦੀ ਮਨਾਹੀ ਹੈ। ਤੇ ਉਹਦੇ ਵਿੱਚ ਫਿਰ ਤੁਸੀਂ ਕਿਵੇਂ ਇੱਕ ਦੇ ਵਿੱਚ ਧਿਆਨ ਜੋੜਦੇ ਹੋ, ਕਿਵੇਂ ਇਕਾਗਰ ਹੁੰਦੇ ਹੋ? ਕਿਸ ਪ੍ਰਕਾਰ ਦ੍ਰਿੜ ਕਰਹਿ ਵੈਰਾਗਾ, ਤੁਸੀਂ ਕਿਸ ਪ੍ਰਕਾਰ ਨਾਲ ਵਿਰਾਗ ਦ੍ਰਿੜ ਕਰਦੇ ਹੋ? ਸਾਡੇ ਤਾਂ ਯੋਗੀ ਜਦੋਂ ਸ਼ਰਾਬ ਪੀਂਦੇ ਵਿਰਾਗੀ ਹੋ ਜਾਂਦੇ ਆ, ਉਹ ਰੋਈ ਜਾਂਦੇ ਆ ਜੀ ਇਹ ਤਾਂ ਕੁਝ ਨਹੀਂ ਸੰਸਾਰ। ਆਮ ਕਰਕੇ ਸ਼ਰਾਬ ਪੀਣ ਵਾਲੇ ਵਿਰਾਗੀ ਤੁਸੀਂ ਬੜੇ ਵੇਖੇ ਹੋਣੇ ਆ ਸੰਸਾਰ 'ਚ, ਪੀਣ ਤੋਂ ਬਾਅਦ ਬੜੇ ਵਿਰਾਗ ਦੀਆਂ ਗੱਲਾਂ ਕਰਦੇ, ਅੰਦਰ ਦੇ ਗਿਆਨ ਉਹਨਾਂ ਦੇ ਉਗੜ ਉਗੜ ਕੇ ਜ਼ੁਬਾਨਾਂ ਤੇ ਆਉਂਦੇ ਆ। ਕਹਿਣ ਲੱਗੇ ਜੀ ਸਾਡੇ ਜਿਹੜੇ ਯੋਗੀ ਨੇ ਉਹ ਵੀ ਪੀ ਕੇ ਵਿਰਾਗੀ ਹੁੰਦੇ ਆ, ਤੁਸੀਂ ਕਿਵੇਂ ਵਿਰਾਗੀ ਹੁੰਦੇ ਹੋ ਜੀ? ਤੁਸੀਂ ਤਾਂ ਪਿਆਲਾ ਪੀਂਦੇ ਨਹੀਂ, ਭਗਤੀ ਮਾਰਗ ਦੇ ਵਿੱਚ ਕਿਹੜਾ ਪਿਆਲਾ ਪੀਂਦੇ ਹੋ? ਬਿਨ ਵੈਰਾਗ ਪ੍ਰੇਮ ਨਹਿ ਜਾਗਾ, ਕਿਉਂਕਿ ਵਿਰਾਗ ਤੋਂ ਬਿਨਾਂ ਪਰਮੇਸ਼ਰ ਦਾ ਪ੍ਰੇਮ ਨਹੀਂ ਜਾਗਦਾ। ਇਹ ਸੰਸੈ ਮੁਝ ਮਨ ਮੈਂ ਦੋ, ਗਰੀਬ ਨਵਾਜ ਇਹ ਦੋ ਸੰਸੇ ਨੇ ਮੇਰੇ ਮਨ 'ਚ। ਪਹਿਲਾ ਸੰਸਾ ਉਹਨਾਂ ਨੇ ਕੀਤਾ ਸੀ ਵੀ ਯੋਗ ਤੋਂ ਬਿਨਾਂ ਮਨ ਨਿਰਮਲ ਨਹੀਂ ਹੁੰਦਾ। ਤੁਸੀਂ ਕਿਵੇਂ ਯੋਗ, ਕਿਉਂਕਿ ਤੁਸੀਂ ਤਾਂ ਯੋਗ ਨਹੀਂ ਕਰਦੇ, ਹੱਠ ਯੋਗ, ਮਨ ਕਿਵੇਂ ਦੂਜਾ ਸਵਾਲ ਅਸੀਂ ਪਿਆਲਾ ਪੀਂਦੇ ਆ, ਤੁਸੀਂ ਪਿਆਲਾ ਨਹੀਂ ਪੀਂਦੇ, ਤੁਹਾਡਾ ਮਨ ਕਿਵੇਂ ਵਿਰਾਗੀ ਹੁੰਦਾ, ਇਕਾਗਰ ਕਿਵੇਂ ਹੁੰਦਾ? ਇਹ ਦੋ ਸਵਾਲ ਨੇ ਮੇਰੇ। ਪ੍ਰਥਮ ਕਹੇ ਨਾਰਦ ਟਿਗ ਜੋ, ਕਹਿਣ ਲੱਗਾ ਇਹ ਸਵਾਲ ਮੈਂ ਨਾਰਦ ਮੁਨੀ ਜੀ ਨੂੰ ਵੀ ਪੁੱਛੇ ਸੀ, ਕਿਉਂਕਿ ਨਾਰਦ ਵੀ ਭਗਤੀ ਕਰਦਾ, ਉਹ ਵੀ ਭਗਤ ਹੈ ਨਾ, ਉਹ ਯੋਗ ਨਹੀਂ ਕਰਦਾ, ਉਹ ਭਗਤ ਯੋਗ ਦਾ ਧਾਰਨੀ ਹੈ ਨਾਰਦ। ਕਹਿਣ ਲੱਗਾ ਮੈਂ ਇਹ ਸਵਾਲ ਨਾਰਦ ਜੀ ਨੂੰ ਵੀ ਪੁੱਛੇ ਸਨ। ਸੋ ਮੈਂ ਕਹੇ ਤੁਮਾਰੇ ਅਗਾਰੇ, ਜਿਹੜੇ ਸਵਾਲ ਮੈਂ ਨਾਰਦ ਜੀ ਨੂੰ ਪੁੱਛੇ ਸੀ ਮਹਾਰਾਜ ਉਹ ਤੁਹਾਨੂੰ ਵੀ ਪੁੱਛਦਾ ਹਾਂ। ਉੱਤਰ ਦੇ ਜੈ ਹਿਰਦੈ ਵਿਚਾਰੇ, ਆਪ ਜੀ ਹਿਰਦੇ 'ਚ ਵਿਚਾਰ ਕਰਕੇ ਮੇਰੇ ਨਾਲ ਦੋਨਾਂ ਸਵਾਲਾਂ ਦਾ ਜਵਾਬ ਦਿਓ। ਸ੍ਰੀ ਨਾਨਕ ਬਚ ਕਹਿ ਗੁਣ ਸਾਨੇ, ਗੁਣਾਂ ਨਾਲ ਭਿੱਜੇ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ। ਸੁਣੋ ਭਰਥਰੇ ਪਰਮ ਸਿਆਣੇ, ਮਹਾਰਾਜ ਜੀ ਕਹਿੰਦੇ ਹੇ ਭਰਥਰੀ ਜੀ ਸੁਣੋ, ਤੁਸੀਂ ਬੜੇ ਸਿਆਣੇ ਹੋ। ਨਿਰਮਲ ਮਨ ਬਿਨ ਭਗਤ ਸੁਨਾਹੀ, ਨਿਰਮਲ ਮਨ ਹੋਏ ਬਿਨਾ ਭਗਤੀ ਨਹੀਂ ਹੁੰਦੀ। ਮਨ ਨਿਰਮਲ ਹੋਵੇਗਾ ਤਾਂ ਉਹ ਭਗਤੀ 'ਚ ਜੁੜਦਾ। ਅਵੈ ਜਦਾਰਥ ਸਾਚੇ ਪ੍ਰਾਹੇ, ਇਹ ਗੱਲ ਬਿਲਕੁਲ ਯਥਾਰਥ ਸੱਚ ਹੈ। ਮਨ ਨਿਰਮਲ ਨਹਿ ਯੋਗ ਬਿਹਾਨਾ, ਤੁਸੀਂ ਕਹਿੰਦੇ ਹੋ ਵੀ ਮਨ ਯੋਗ ਤੋਂ ਬਿਨਾ ਨਿਰਮਲ ਨਹੀਂ ਹੁੰਦਾ, ਇਹ ਵੀ ਸੱਚ ਹੈ ਕਿ ਮਨ ਯੋਗ ਤੋਂ ਬਿਨਾਂ ਨਿਰਮਲ ਨਹੀਂ ਹੁੰਦਾ। ਤਾਂ ਤੇ ਭਗਤ ਯੋਗ ਸ਼ੁਭ ਕੀਨਾ, ਇਸ ਕਰਕੇ ਅਸੀਂ ਵੀ ਆਪਣੇ ਸੇਵਕਾਂ ਨੂੰ ਯੋਗ ਬਖਸ਼ਿਆ। ਜਿਹੜਾ ਯੋਗ ਅਸੀਂ ਆਪਣੇ ਸੇਵਕਾਂ ਨੂੰ ਬਖਸ਼ਿਆ ਹੈ ਉਹ ਹੈ ਭਗਤ ਯੋਗ। ਭਗਤ ਯੋਗ ਕੋ ਜੈਤਵਾ, ਭਗਤ ਯੋਗ ਅਸੀਂ ਭਗਤੀ ਯੋਗ ਆਪਣੇ ਸਿੱਖਾਂ ਨੂੰ ਦਿੱਤਾ। ਭਗਤੀ ਯੋਗ ਨਾਲ ਮਨ ਨਿਰਮਲ ਹੁੰਦਾ। ਯੋਗ ਨਾਮ ਜੁੜਨੇ ਦਾ ਹੁੰਦਾ। ਯੋਗ ਕਿਹਨੂੰ ਕਹਿੰਦੇ? ਜੁੜਨ ਨੂੰ। ਜਿਹੜਾ ਜੁੜ ਜੇ ਉਹਨੂੰ ਕਹਿੰਦੇ ਨੇ ਯੋਗ।
ਕਹਿੰਦੇ ਅਸੀਂ ਭਗਤ ਯੋਗ ਜਿਹੜਾ ਇਹ ਆਪਣੇ ਸੇਵਕਾਂ ਨੂੰ ਦਿੱਤਾ ਹੈ। ਭਗਤ ਯੋਗ ਨਾਲ ਮਨ ਨਿਰਮਲ ਹੁੰਦਾ ਹੈ। ਚਹਿਤ ਜਗਤ ਜਗ ਮਨੁਜ ਵਿਚਛਨ। ਜਿਹੜੇ ਸਿਆਣੇ ਮਨੁੱਖ ਇਹ ਸੰਸਾਰ ਵਿੱਚ ਮੁਕਤੀ ਚਾਹੁੰਦੇ ਹਨ, ਹਾਂਜੀ, ਸੋ ਅਸ ਧਰਤ ਜੋਗ ਕੇ ਲੱਛਣ। ਆ ਯੋਗ ਦੇ ਲੱਛਣ ਧਾਰਨ ਕਰਦੇ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਸਿਆਣੇ ਮਨੁੱਖ ਇਸ ਸੰਸਾਰ ਵਿੱਚ ਮੁਕਤੀ ਦੀ ਇੱਛਾ ਰੱਖਦੇ ਨੇ ਉਹ ਯੋਗ ਦੇ ਇਹ ਲੱਛਣ ਧਾਰਨ ਕਰਦੇ ਨੇ। ਕਿਹੜੇ ਲੱਛਣ? ਉਹ ਸ਼ਬਦ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਭਰਥਰੀ ਜੀ ਨੂੰ ਸੰਬੋਧਨ ਕਰਦਿਆਂ ਉਚਾਰਨ ਕੀਤਾ, ਸਰਵਣ ਕਰੀਏ ਜੀ। ਆਸਾ ਮਹੱਲਾ ਪਹਿਲਾ। ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ, ਖਿੰਥਾ ਖਿਮਾ ਹੰਢਾਵੋ। ਆਸਾ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਰਾਗ ਹੈ ਆਸਾ। ਇਹ ਰਾਗ ਹਿੰਦੁਸਤਾਨ ਦੀ ਸੰਸਕ੍ਰਿਤੀ ਵਿੱਚ ਜਿਹੜੀ ਸੰਗੀਤ ਦੀ ਪੱਧਤੀ ਆ ਉਹਦੇ 'ਚ ਨਹੀਂ ਹੈ। ਇਹ ਰਾਗ ਕੇਵਲ ਗੁਰੂ ਨਾਨਕ ਸਾਹਿਬ ਨੇ ਗਾਇਆ ਹੈ। ਇਹ ਰਾਗ ਸਤਿਗੁਰਾਂ ਦਾ ਆਪਣਾ ਉਚਾਰਿਆ ਹੋਇਆ ਰਾਗ ਹੈ, ਅੰਮ੍ਰਿਤ ਵੇਲੇ ਦਾ ਰਾਗ ਹੈ। ਇਸੇ ਰਾਗ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਆਰੰਭਤਾ ਹੁੰਦੀ ਆਸਾ ਜੀ ਦੀ ਵਾਰ ਦੀ। ਆਸਾ ਰਾਗ ਵਿੱਚ ਸਤਿਗੁਰੂ ਜੀ ਸ਼ਬਦ ਉਚਾਰਦੇ ਨੇ, ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ। ਕਹਿਣ ਲੱਗੇ ਜੀ ਇਹ ਮੁੰਦਰਾ ਨੇ ਸਾਡੇ ਜਿਹੜੇ ਭਗਤ ਯੋਗ ਦੇ ਮਾਰਗ ਦੇ ਧਾਰਨੀ ਗੁਰਸਿੱਖ ਨੇ, ਯੋਗੀ, ਗੁਰਸਿੱਖ ਯੋਗੀ। ਉਹ ਕਿਹੜੀ ਮੁੰਦਰਾ ਧਾਰਨ ਕਰ? ਮੁੰਦਰਾਵਾਂ ਹੁੰਦੀਆਂ ਯੋਗੀਆਂ ਦੇ ਕੰਨਾਂ 'ਚ। ਮਹਾਰਾਜ ਜੀ ਕਹਿੰਦੇ ਗੁਰੂ ਦਾ ਸ਼ਬਦ ਆਪਣੇ ਮਨ ਵਿੱਚ ਵਸਾਉਣਾ ਇਹ ਹੈ ਮੁੰਦਰਾ। ਇਹ ਮੁੰਦਰਾਂ ਪਾਈਆਂ ਹੋਈਆਂ। ਖਿੰਥਾ ਖਿਮਾ ਹੰਢਾਵੋ, ਗਲ 'ਚ ਖਿੰਥਾ ਝੋਲੀ ਪਾਈ ਹੁੰਦੀ ਹੈ ਨਾ। ਮਹਾਰਾਜ ਜੀ ਕਹਿੰਦੇ ਕਿਸੇ ਨੂੰ ਖਿਮਾ ਕਰ ਦੇਣਾ, ਕਿਸੇ ਦੀ ਵਧੀਕੀ ਵੇਖ ਕੇ। ਕਹਿੰਦੇ ਇਹ ਝੋਲੀ ਹੈ ਜਿਹੜੀ ਉਹ ਆਪਣੇ ਤਨ ਤੇ ਹਟਾਉਂਦੇ ਐ। ਇੱਕ ਤਾਂ ਹੁੰਦਾ ਵੀ ਟੈਂਪਰੇਰੀ ਤੌਰ ਤੇ ਪਾਉਣੀ, ਕਹਿੰਦੇ ਹਰ ਵੇਲੇ ਆਪਣੇ ਤਨ ਦੇ ਉੱਤੇ ਹਟਾਉਂਦੇ ਆ ਖਿਮਾ ਨੂੰ, ਯਾਨੀ ਕਿ ਖਿਮਾ ਦਾ ਸੁਭਾਅ ਬਣਾ ਕੇ ਰੱਖਦੇ ਐ। ਕਿਸੇ ਦੇ ਗੁਨਾਹ ਨੂੰ ਵੇਖ ਕੇ ਉਹਨੂੰ ਬਖਸ਼ਣ ਦੀ ਬਿਰਤੀ ਰੱਖਣੀ, ਉਹਨੂੰ ਖਿਮਾ ਕਰਨ ਦੀ ਬਿਰਤੀ ਰੱਖਣੀ। ਇਹ ਸਾਡੇ ਗੁਰਸਿੱਖ ਯੋਗੀਆਂ ਦੇ ਗਲ ਵਿੱਚ ਪਾਈ ਹੋਈ ਖਿੰਥਾ ਹੈ, ਝੋਲੀ ਹੈ। ਹਾਂਜੀ, ਜੋ ਕਿਛ ਕਰੈ ਭਲਾ ਕਰ ਮਾਨੋ। ਜੋ ਕੁਝ ਵੀ ਪਰਮੇਸ਼ਰ ਕਰੇ ਉਹਨੂੰ ਭਲਾ ਕਰਕੇ ਮੰਨਣਾ, ਇਹ ਬਿਰਤੀ ਰੱਖਣੀ। ਗੁਰਸਿੱਖ ਯੋਗੀ ਇਹ ਬਿਰਤੀ ਰੱਖਦੇ ਨੇ ਭਰਥਰੀ। ਆ ਯੋਗ ਦੀ ਨਿਸ਼ਾਨੀ ਆ, ਗੁਰਸਿੱਖ ਯੋਗੀਆਂ ਦੀ ਨਿਸ਼ਾਨੀ। ਇਹ ਵੀ ਉਹਨਾਂ ਦੀ ਨਿਸ਼ਾਨੀ ਹੈ ਕਿ ਉਹ ਹਮੇਸ਼ਾ ਪਰਮੇਸ਼ਰ ਦੀ ਰਜ਼ਾ ਵਿੱਚ ਰਾਜੀ ਰਹਿੰਦੇ ਹੈ। ਉਹ ਜੋ ਕਰਦਾ ਹੈ ਉਹਦੇ ਕੀਤੇ ਹੋਏ ਵਿੱਚ ਰਾਜੀ ਹੋ ਕੇ ਵਰਤਦੇ ਹੈ। ਜੋ ਕਿਛ ਕਰੈ ਭਲਾ ਕਰ ਮਨ। ਉਹ ਜੋ ਕੁਝ ਕਰਦਾ ਉਹਨੂੰ ਭਲਾ ਕਰਕੇ ਮੰਨਦੇ ਹਨ। ਸਹਿਜ ਜੋਗ ਨਿਦ ਪਾਵੋ। ਇਹ ਹੈ ਗਿਆਨ ਯੋਗ, ਸਹਿਜ ਯੋਗ। ਇਹ ਸਹਿਜ ਯੋਗ ਦਾ ਖਜ਼ਾਨਾ, ਨਿਧੀ, ਨਿਧ ਕਹਿੰਦੇ ਨੇ ਖਜ਼ਾਨੇ ਨੂੰ। ਕਹਿੰਦੇ ਗਿਆਨ ਯੋਗ ਦਾ, ਸਹਿਜ ਯੋਗ ਦਾ ਜਿਹੜਾ ਖਜ਼ਾਨਾ ਹੈ ਉਹ ਪ੍ਰਾਪਤ ਕਰਦੇ ਹਨ। ਬਾਬਾ ਜੁਗਤਾ ਜਿਉ ਜੁਗ ਹੈ ਜੁਗ ਜੋਗੇ। ਮਹਾਰਾਜ ਜੀ ਕਹਿੰਦੇ ਬਾਬਾ ਭਰਥਰੀ, ਇੱਥੇ ਬਾਬਾ ਭਰਥਰੀ ਨੂੰ ਸੰਬੋਧਨ ਕਰਕੇ ਕਹਿੰਦੇ ਹੈ ਬਾਬਾ, ਇਹ ਭਰਥਰੀ, ਇਹ ਜਿਹੜੇ ਸੰਸਾਰ ਦੇ ਜੀਵ ਨੇ ਇਹ ਜੁਗਾਂ ਜੁਗਾਂ ਤੋਂ ਸੰਸਾਰ ਦੀਆਂ ਜੁਗਤੀਆਂ ਨਾਲ ਜੁੜੇ ਹੋਏ ਨੇ। ਜੁਗਤਾ ਜੀਓ ਜੁਗ ਹੈ ਜੁਗ ਜੋਗੀ। ਜੁਗਤਾ ਜੁੜੇ ਹੋਏ ਨੇ, ਜੁਗਾ ਹੈ ਜੁਗ, ਜੁਗਾਂ ਜੁਗਾਂ ਤੋਂ ਜੋਗੀ ਜੁੜੇ ਹੋਏ ਨੇ, ਸੰਸਾਰ ਦੇ ਨਾਲ ਹੀ ਜੁੜੇ ਹੋਏ ਨੇ। ਹਾਂਜੀ, ਪਰਮ ਤੰਤ ਮਹਿ ਜੋਗੰ। ਕਹਿੰਦੇ ਹੁਣ ਜਿਹੜੇ ਸਾਡੇ ਗੁਰਸਿੱਖ ਨੇ ਉਹ ਸੰਸਾਰ ਦੀਆਂ ਇਹਨਾਂ ਜੁਗਤਾਂ ਤੋਂ ਰਹਿਤ ਹੋ ਕੇ ਜਿਹੜਾ ਪਰਮ ਤੱਤ ਹੈ ਉਹਦੇ 'ਚ ਜੁੜ ਗਏ ਨੇ। ਪਰਮ ਤੰਤ ਮਹਿ ਜੋਗੰ, ਤੰਤ ਨਾਮ ਤੱਤ ਦਾ ਹੈ ਜਿਹੜਾ ਪਰਮ ਤੱਤ ਸਾਰਿਆਂ ਵਿੱਚ ਹੈ। ਅਮੀਰ ਵਿੱਚ ਵੀ ਹੈ, ਗਰੀਬ ਵਿੱਚ ਵੀ ਹੈ, ਬ੍ਰਾਹਮਣ ਵਿੱਚ ਵੀ ਹੈ, ਸ਼ੂਦਰ ਵਿੱਚ ਵੀ ਹੈ, ਮੁਸਲਮਾਨ ਵਿੱਚ ਵੀ ਹੈ, ਹਿੰਦੂ ਵਿੱਚ ਵੀ ਹੈ, ਜੈਨੀ ਵਿੱਚ ਵੀ ਹੈ, ਬੋਧੀ ਵਿੱਚ ਵੀ ਹੈ, ਸਾਰੇ ਪ੍ਰਾਣੀ ਮਾਤਰਾਂ ਵਿੱਚ ਵੀ ਹੈ। ਉਹ ਜਿਹੜਾ ਪਰਮ ਤੱਤ ਸਾਰਿਆਂ ਵਿੱਚ ਹੈ, ਕਹਿੰਦੇ ਜਿਹੜੇ ਗੁਰਸਿੱਖ ਜੋਗੀ ਨੇ ਉਹਦੇ ਨਾਲ ਜੁੜੇ ਹੋਏ ਹੈ। ਜੋ ਸਾਰਿਆਂ ਵਿੱਚ ਵਸਦਾ, ਜੋ ਸਾਰਿਆਂ ਵਿੱਚ ਰਹਿੰਦਾ,
ਉਹਦੇ ਨਾਲ ਜੁੜੇ ਹੋਏ ਹਨ। ਅੰਮ੍ਰਿਤ ਨਾਮ ਨਿਰੰਜਨ ਪਾਇਆ। ਕਹਿੰਦੇ ਗੁਰੂ ਕੇ ਸਿੱਖਾਂ ਨੇ ਅੰਮ੍ਰਿਤ ਨਾਮ ਜੋ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੈ ਉਹਨੂੰ ਪ੍ਰਾਪਤ ਕੀਤਾ। ਗਿਆਨ ਕਾਇਆ ਰਸ ਭੋਗੰ। ਉਹ ਕਾਇਆ ਦੇ ਵਿੱਚ ਗਿਆਨ ਰਸ ਨੂੰ ਭੋਗਦੇ ਹੈ। ਇਸ ਕਾਇਆ ਵਿੱਚ ਜਿਹੜਾ ਗਿਆਨ ਦਾ ਰਸ ਹੈ ਉਹਨੂੰ ਮਾਣਦੇ ਨੇ। ਉਹ ਗਿਆਨ ਦੀ ਅਵਸਥਾ 'ਚ ਰਹਿੰਦੇ ਆ। ਉਹ ਸਰੀਰ ਬਣ ਕੇ ਨਹੀਂ ਰਹਿੰਦੇ ਕਿ ਮੈਂ ਸਰੀਰ ਹਾਂ। ਉਹ ਇਹ ਸਮਝ ਕੇ ਇਸ ਸਰੀਰ ਵਿੱਚ ਰਹਿੰਦੇ ਹੈ ਕਿ ਮੈਂ ਇਸ ਸਰੀਰ ਤੋਂ ਨਿਆਰਾ, ਇਸ ਸਰੀਰ ਵਿੱਚ ਰਹਿਣ ਵਾਲਾ, ਇਹਦਾ ਆਸਰਾ ਹਾਂ। ਉਹ ਇਹ ਸਮਝ ਕੇ ਜੀਵਦੇ ਹੈ, ਇਸ ਰਸ ਵਿੱਚ ਵਿਚਰਦੇ ਹੈ। ਮੈਂ ਸਰੀਰ ਨਹੀਂ, ਮੈਂ ਇਸ ਕਾਇਆ ਦਾ ਨਿਰਾਲਾ ਰਹਿਣ ਵਾਲਾ, ਇਹਨੂੰ ਵੇਖਣ ਵਾਲਾ, ਇਹਦਾ ਦ੍ਰਿਸ਼ਟਾ ਹਾਂ। ਰਹਾਉ ਸ਼ਿਵ ਨਗਰੀ ਮਹਿ ਆਸਣ ਬੈਸੋ। ਪਾਤਸ਼ਾਹ ਸ਼ਿਵ ਨਗਰੀ, ਸ਼ਿਵ ਜਿਹੜਾ ਇਹ ਸ਼ਿਵ ਸ਼ਬਦ ਹੈ ਨਾ, ਇਹਦੇ ਬਾਰੇ ਬੜਾ ਭੁਲੇਖਾ ਕਈਆਂ ਨੇ ਪਾਇਆ। ਜਦੋਂ ਕਿਹਾ ਦੇਹ ਸ਼ਿਵਾ ਵਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਉਹ ਸ਼ਿਵ ਜੀ ਦਾ ਵਾਚਕ, ਉਹ ਸ਼ਿਵ ਜੀ ਵਾਲੇ ਪਾਸੇ ਲੈ ਟੁਰਦੇ ਆ ਵੀ ਉਹਨਾਂ ਨੂੰ ਸੰਬੋਧਨ ਹੋ ਕੇ ਹੋ ਰਿਹਾ। ਇੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਸ਼ਬਦ ਸ਼ਿਵ ਸ਼ਬਦ ਆਉਂਦਾ। ਗੁਰੂ ਅਮਰਦਾਸ ਸਾਹਿਬ ਵੀ ਕਹਿੰਦੇ ਸ਼ਿਵ ਸਕਤਾ ਆਪ ਪਾਏ ਕੈ ਕਰਤਾ ਆਪੇ ਹੁਕਮ ਵਰਤਾਏ। ਸ਼ਿਵ ਇੱਥੇ ਜਿਹੜਾ ਸ਼ਿਵ ਸ਼ਬਦ ਗੁਰੂ ਪਾਤਸ਼ਾਹ ਵਰਤ ਰਹੇ ਨੇ, ਇਹਦਾ ਅਰਥ ਹੈ ਕਲਿਆਣਕਾਰੀ ਸਵਰੂਪ ਵਾਲਾ। ਸ਼ਿਵ ਜੋ ਕਲਿਆਣ ਕਰਦਾ ਹੈ। ਸ਼ਿਵ ਦਾ ਮਤਲਬ ਹੁੰਦਾ ਕਲਿਆਣਕਾਰੀ, ਜਿਹੜਾ ਕਲਿਆਣ ਕਰੇ, ਜਿਹੜਾ ਮੁਕਤੀ ਦਾਨ ਦੇਵੇ, ਉਹਨੂੰ ਕਹਿੰਦੇ ਨੇ ਸ਼ਿਵ। ਅਕਾਲ ਪੁਰਖ ਪਰਮੇਸ਼ਰ ਸ਼ਿਵ ਨਗਰੀ ਮਹਿ ਆਸਣ ਬੈਸੋ। ਯੋਗੀ ਆਸਣ ਲਾਉਂਦੇ ਆ ਨਾ, ਵੀ ਪਦਮ ਆਸਣ ਹੈ ਜਾਂ ਕਿਹੜੇ ਆਸਣ ਤੇ ਬੈਠੇ। ਮਹਾਰਾਜ ਜੀ ਕਹਿੰਦੇ ਜਿਹੜੇ ਸਾਡੇ ਯੋਗੀ ਨੇ ਸਿੱਖ, ਹੇ ਭਰਥਰੀ, ਉਹ ਜਿਹੜੀ ਸ਼ਿਵ ਨਗਰੀ ਆ ਨਾ, ਜਿਹਨੂੰ ਆਪਾਂ ਕਹਿੰਦੇ ਆ ਸੁੰਨ ਅਵਸਥਾ, ਜਿੱਥੇ ਨਿਰਵਿਕਲਪ ਅਵਸਥਾ, ਜਿੱਥੇ ਕੋਈ ਫੁਰਨਾ ਕਫੁਰਨਾ ਨਹੀਂ ਹੈ, ਉੱਥੇ ਸਾਡੇ ਗੁਰਸਿੱਖ ਯੋਗੀ ਆਪਣਾ ਆਸਣ ਲਾਉਂਦੇ ਆ। ਉੱਥੇ ਉਹਨਾਂ ਦਾ ਆਸਣ ਲੱਗਾ, ਧਿਆਨ ਜੁੜਿਆ ਹੋਇਆ। ਕਲਪ ਤਿਆਗੇ ਬਾਦੰ। ਆ ਜਿਹੜੀ ਵਿਅਰਥ ਕਲਪਨਾ, ਬਾਦੰ ਦਾ ਮਤਲਬ ਵਿਅਰਥ, ਕਲਪ ਦਾ ਮਤਲਬ ਕਲਪਨਾ। ਆ ਜਿਹੜੀ ਵਿਅਰਥ ਦੀ ਕਲਪਨਾ, ਹਾਏ ਕੀ ਹੋਵੇਗਾ, ਕੀ ਬਣੇਗਾ, ਕਿੱਥੇ ਕਰੀਏ, ਕਿੱਧਰ ਜਾਈਏ, ਹਾਏ ਘਾਟਾ ਪੈ, ਆ ਜਿਹੜੀਆਂ ਕਲਪਨਾਵਾਂ ਨੇ, ਗੁਰਸਿੱਖ ਯੋਗੀਆਂ ਨੇ ਕਲਪਨਾਵਾਂ ਤਿਆਗ ਦਿੱਤੀਆਂ ਨੇ। ਇਹ ਵਿਅਰਥ ਕਲਪਨਾਵਾਂ। ਸਾਡੀਆਂ ਕਲਪਨਾਵਾਂ ਨਾਲ ਕੁਝ ਨਹੀਂ ਹੋਣਾ, ਜਿੰਨਾ ਮਰਜ਼ੀ ਕਲਪੀ ਜਾਈਏ। ਕਲਪਣ ਨਾਲ ਕੀ ਬਣਦਾ? ਕੋਈ ਕਲਪਦਾ ਹੋਵੇ ਨਾ, ਕੋਲੋਂ ਕਹਿ ਦਿੰਦੇ ਆ ਸਿਆਣੇ, ਭਾਵੇਂ ਉਹ ਆਪ ਵੀ ਕਲਪਦਾ, ਪਰ ਹੌਸਲਾ ਦੇਣ ਬਈ ਕਲਪਣ ਨਾਲ ਕੀ ਬਣਨਾ, ਕਾਹਨੂੰ ਕਲਪਨਾ, ਇਹਦੇ ਨਾਲ ਕੀ ਤੈਨੂੰ ਮਿਲਣਾ। ਆਹ ਦੋ ਪ੍ਰਸ਼ਾਦੇ ਛਕ ਕਿਉਂ ਕਲਪੀ ਜਾਂਦਾ, ਕਿਉਂ ਰੋਟੀ ਛੱਡਦਾ? ਕਿਉਂਕਿ ਕਲਪਣ ਨਾਲ ਕੁਝ ਹੋਣਾ ਹੀ ਨਹੀਂ। ਗੁਰਸਿੱਖ ਯੋਗੀ ਉਸ ਵਿਅਰਥ ਕਲਪਨਾ ਨੂੰ ਆਪਣੇ ਹਿਰਦੇ ਚੋਂ ਤਿਆਗ ਦਿੰਦੇ ਆ। ਉਹ ਇਸ ਕਲਪਨਾ ਨੂੰ ਨਹੀਂ ਆਪਣੇ ਹਿਰਦੇ ਚ ਵਸਾਉਂਦੇ। ਬੜੀ ਉੱਚੀ ਅਵਸਥਾ ਹੈ ਖਾਲਸਾ ਜੀ। ਇਹ ਗੁਰਸਿੱਖ ਯੋਗੀਆਂ ਦੀ ਅਵਸਥਾ ਵਰਣਨ ਹੋ ਰਹੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਯੋਗੀ ਇਹੋ ਜਿਹੇ ਨੇ ਸਾਡੇ, ਉਹਨਾਂ ਨੂੰ ਇਹ ਕੋਈ ਕਲਪਨਾ ਨਹੀਂ ਕੀ ਹੋ ਰਿਹਾ, ਕਿਵੇਂ ਹੋਵੇਗਾ, ਕਿਵੇਂ ਬਣੇਗਾ। ਉਹ ਕਹਿੰਦੇ ਜੋ ਹੋ ਰਿਹਾ ਕਰਤਾ ਦੀ, ਪਰਮੇਸ਼ਰ ਦੀ ਰਜ਼ਾ ਵਿੱਚ ਹੋ ਰਿਹਾ। ਕਰਤਾ ਕਰ ਰਿਹਾ, ਹੋ ਰਿਹਾ, ਕਿਸੇ ਜੀਵ ਦੇ ਵੱਸ ਕੀ ਹੈ। ਉਹਨਾਂ ਨੇ ਵਿਅਰਥ ਕਲਪਨਾਵਾਂ ਆਪਣੇ ਹਿਰਦੇ ਚੋਂ ਤਿਆਗ ਦਿੱਤੀਆਂ ਹਨ। ਸਿੰਘੀ ਸ਼ਬਦ ਸਦਾ ਤੁਨ ਸੋ ਹੈ। ਸਿੰਘੀ ਹੁੰਦੀ ਇਹਨਾਂ ਦੇ ਪਾਸ, ਯੋਗੀਆਂ ਕੋਲੋਂ ਸਿੰਘ ਲੈ ਕੇ ਨਾ ਉਹਦੇ ਵਿੱਚੋਂ ਥੋੜਾ ਜਿਹਾ ਛੇਕ ਕੱਢ ਕੇ ਉਹਨੂੰ ਵਜਾਉਂਦੇ ਆ। ਉਹਦੀ ਆਵਾਜ਼ ਵਿੱਚ ਫਿਰ ਆਪਣਾ ਧਿਆਨ ਜੋੜਦੇ। ਸਿੰਘੀ ਵੱਜਦੀ ਆ, ਉਹਦੇ ਵਿੱਚ ਫਿਰ ਸੁਰਤੀ ਜੋੜਦੇ ਆਪਣਾ। ਸ਼ਰਾਬ ਪੀ ਲੈਂਦੇ ਆ, ਫਿਰ ਉਹ ਜਿਹੜੀ ਸਿੰਘੀ ਦੀ ਆਵਾਜ਼ ਹੁੰਦੀ ਉਹਦੇ ਵਿੱਚ, ਨਾਦ ਵਿੱਚ ਆਪਣੀ ਸੁਰਤ ਜੋੜਦੇ। ਮਹਾਰਾਜ ਜੀ ਕਹਿੰਦੇ ਸਾਡੇ ਗੁਰਸਿੱਖ ਯੋਗੀਆਂ ਵਿੱਚ ਜਿਹੜੀ ਸਿੰਘੀ ਵੱਜਦੀ ਹੈ ਉਹ ਹੈ ਗੁਰੂ ਦੇ ਸ਼ਬਦ ਦੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਿਹੜੀ ਸਿੰਘੀ ਆ ਉਹਨਾਂ ਦੇ ਅੰਦਰ ਸ਼ਬਦ ਦੀ ਨਿਰੰਤਰ ਇੱਕ ਰਸ ਵੱਜਦੀ, ਔਰ ਇਹਦੀ ਧੁਨ ਵਿੱਚ ਉਹ ਆਪਣਾ ਧਿਆਨ ਜੋੜਦੇ ਹੈ। ਸਿੰਘੀ ਸ਼ਬਦ ਸਦਾ ਧੁਨ ਸੋ ਹੈ। ਇਹ ਧੁਨ ਸਦਾ ਹੀ ਉਹਨਾਂ ਦੇ ਅੰਦਰ ਸਤਿਗੁਰਾਂ ਦੇ ਸ਼ਬਦ ਦੀ ਸ਼ੋਭਨੀਕ ਹੁੰਦੀ ਹੈ।
ਅਹਨਿਸ ਪੂਰੈ ਨਾਦੰ। ਰਾਤ ਦਿਨ ਉਹ ਪਰਮੇਸ਼ਰ ਨੂੰ ਪੂਰਿਆ ਹੋਇਆ ਜਾਣਦੇ ਨੇ। ਇਹ ਉਹਨਾਂ ਦੇ ਅੰਦਰ ਨਾਦ ਪੂਰੇ ਜਾ ਰਹੇ ਨੇ। ਜਿਵੇਂ ਸਿੰਘੀ ਪੂਰੀ ਦੀ ਹੈ ਨਾ, ਕਹਿੰਦੇ ਇਹਨਾਂ ਦੇ ਅੰਦਰ ਸਤਿਗੁਰਾਂ ਦੇ ਸ਼ਬਦ ਦਾ ਰਾਤ ਦਿਨ ਨਾਦ ਪੂਰਿਆ ਜਾਂਦਾ ਹੈ। ਅੱਠੇ ਪਹਿਰ ਨਿਰੰਤਰ ਹਰ ਦਮ ਹਰ ਸਾਹ ਨਾਲ ਉਹਨਾਂ ਦੇ ਹਿਰਦੇ ਵਿੱਚ ਇਹ ਨਾਦ ਉੱਚੀ ਉੱਚੀ ਧੁਨ ਦੇ ਵਿੱਚ ਪੂਰਿਆ ਚਲਿਆ ਜਾਂਦਾ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਇਹ ਸਿੰਘੀ ਹੈ ਗੁਰਸਿੱਖਾਂ ਦੇ ਕੋਲ। ਜਦੋਂ ਇਹ ਸਿੰਘੀ ਵੱਜਦੀ ਹੈ ਨਾ, ਇਹਦੀ ਧੁਨ 'ਚ ਗੁਰਸਿੱਖ ਮਸਤ ਹੋ ਜਾਂਦੇ ਹੈ। ਰਾਤ ਦਿਨ ਇਸ ਧੁਨ 'ਚ ਮਸਤ ਰਹਿੰਦੇ ਹੈ। ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਨਾਦ ਹੈ ਯੋਗੀ ਭਰਥਰੀ ਜੀ, ਜਿਸ ਨਾਦ ਵਿੱਚ ਗੁਰਸਿੱਖ ਅੱਠੇ ਪਹਿਰ ਨਿਰੰਤਰ ਆਪਣੀ ਸੁਰਤ ਨੂੰ ਜੋੜਦੇ ਨੇ। ਇਸ ਧੁਨ ਦੇ ਵਿੱਚ ਆਪਣੀ ਸੁਰਤ ਜੋੜਦੇ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਇਸ ਧੁਨ ਵਿੱਚ ਗੁਰਸਿੱਖ ਦਾ ਧਿਆਨ ਹੈ, ਔਰ ਇਸੇ ਧਿਆਨ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਜਾਣਿਆ। ਪਤ ਵਿਚਾਰ ਗਿਆਨ ਮਤ ਡੰਡਾ। ਪਤ ਕਹਿੰਦੇ ਪਾਤਰ। ਜਿਵੇਂ ਯੋਗੀਆਂ ਦੇ ਕੋਲ ਨਾ ਇੱਕ ਚਿੱਪੀ ਹੁੰਦੀ ਹੈ, ਉਹਦੇ 'ਚ ਮੰਗਦੇ। ਮਹਾਰਾਜ ਜੀ ਕਹਿੰਦੇ ਸਾਡੇ ਗੁਰਸਿੱਖਾਂ ਦੇ ਕੋਲ ਜਿਹੜੀ ਚਿੱਪੀ ਹੈ ਨਾ, ਪਾਤਰ, ਉਹ ਹੈ ਵਿਚਾਰ ਦਾ। ਪਤ ਵਿਚਾਰ, ਵਿਚਾਰ ਦਾ ਪਾਤਰ ਹੈ ਗੁਰਸਿੱਖਾਂ ਯੋਗੀਆਂ ਦੇ ਕੋਲ। ਉਹ ਵਿਚਾਰ ਕਰਦੇ ਹੈ, ਉਹ ਬਹਿਸ ਨਹੀਂ ਕਰਦੇ, ਉਹ ਵਤੰਡਾ ਨਹੀਂ ਕਰਦੇ। ਗੁਰਸਿੱਖ ਵਿਚਾਰ ਕਰਦੇ ਆ। ਵਿਚਾਰ ਸਾਰ ਅਸਾਰ ਦੀ ਵਿਚਾਰ, ਸੱਚ ਕੀ ਹੈ ਤੇ ਝੂਠ ਕੀ, ਉਹਦੀ ਵਿਚਾਰ ਕਰਦੇ, ਬਹਿਸ ਨਹੀਂ ਕਰਦੇ। ਜਿੱਥੇ ਵਿਚਾਰ ਹੋਵੇ ਉੱਥੇ ਬਹਿਸ ਨਹੀਂ ਹੋਣੀ ਚਾਹੀਦੀ। ਉੱਥੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ। ਜੋ ਚੰਗਾ ਹੁੰਦਾ ਉਹ ਗ੍ਰਹਿਣ ਕਰ ਲਓ, ਜੋ ਚੰਗਾ ਨਾ ਲੱਗੇ ਤਿਆਗ ਦਿਓ। ਵਿਚਾਰ ਇਹਨੂੰ ਕਹਿੰਦੇ ਆ। ਇਹ ਥੋੜੀ ਆ ਵੀ ਕਿਸੇ ਨੂੰ ਥੋਪ ਕੇ ਉਹਨੂੰ ਤੁਸੀਂ ਮਨਾਉਣਾ। ਅੱਜ ਕੱਲ ਵਿਚਾਰ ਘੱਟ ਹੁੰਦੀ ਹੈ, ਵਤੰਡਾ ਵੱਧ ਹੁੰਦਾ। ਅੱਜ ਕੱਲ ਵਿਚਾਰ ਨਹੀਂ ਹੁੰਦੀ, ਵਤੰਡਾ ਹੁੰਦਾ, ਬਹਿਸਬਾਜ਼ੀਆਂ ਹੁੰਦੀਆਂ। ਮਹਾਰਾਜ ਜੀ ਕਹਿੰਦੇ ਜਿਹੜੇ ਸਾਡੇ ਗੁਰਸਿੱਖ ਯੋਗੀ ਨੇ, ਉਹਨਾਂ ਕੋਲ ਜਿਹੜੀ ਚਿੱਪੀ ਹੈ ਉਹ ਹੈ ਵਿਚਾਰ ਦੀ। ਪਤ ਵਿਚਾਰ ਗਿਆਨ ਮਤ ਡੰਡਾ। ਗੁਰਸਿੱਖਾਂ ਦੇ ਕੋਲ ਜਿਹੜਾ ਡੰਡਾ ਹੈ, ਯੋਗੀ ਵੀ ਡੰਡਾ ਰੱਖਦੇ ਨੇ ਨਾ ਹੱਥ 'ਚ। ਕਹਿੰਦੇ ਗੁਰਸਿੱਖ ਯੋਗੀਆਂ ਕੋਲ ਡੰਡਾ ਹੈ ਗਿਆਨ ਵਾਲੀ ਮੱਤ। ਗਿਆਨ ਵਾਲੀ ਮੱਤ ਦਾ ਡੰਡਾ ਉਹਨਾਂ ਕੋਲ। ਜਿਵੇਂ ਡੰਡੇ ਦੇ ਨਾਲ ਕੋਈ ਕੁੱਤਾ ਪੈਣ ਲੱਗੇ, ਯੋਗੀ ਨੂੰ ਵਗਾਵਾ ਉਹਨੂੰ ਮਾਰਦਾ, ਉਹਦੇ ਨਾਲ ਰੱਖਿਆ ਕਰਦਾ ਆਪਣੀ। ਜੇ ਕਿਤੇ ਸਰੀਰ ਸਾਥ ਨਾ ਦੇਵੇ ਤੇ ਉਹਦੇ ਆਸਰੇ ਨਾਲ ਟੁਰਦਾ। ਗੁਰਸਿੱਖ ਵਾਸਤੇ ਗਿਆਨ ਵਾਲੀ ਮੱਤ ਜਿਹੜੀ ਆ ਉਹ ਡੰਡਾ ਹੈ। ਜੇ ਕੋਈ ਵਿਕਾਰ ਰੂਪੀ ਕੁੱਤਾ ਭੌਂਕਣ ਲੱਗਾ, ਮਾਰ ਕੇ ਵਿਥਾੜ ਉਹਦਾ ਭੰਨ ਦਿੰਦਾ ਗਿਆਨ ਦੇ ਨਾਲ। ਖਬਰਦਾਰ ਜੇ ਤੂੰ ਸਾਡੇ ਨੇੜੇ ਆਇਆ ਤੇ ਜਦੋਂ ਕਿਤੇ ਮਨ ਡਿੱਗਣ ਲੱਗੇ ਤੇ ਗਿਆਨ ਵਾਲੀ ਮੱਤ ਨਾਲ ਉਸ ਡਿੱਗਦੇ ਮਨ ਨੂੰ ਸਹਾਰਾ ਦੇ ਲੈਂਦਾ। ਨਾ ਉਹ ਮਨਾ, ਤੂੰ ਕਿਉਂ ਡੋਲਦਾ? ਸਤਿਗੁਰੂ ਜੀ ਤੇਰੇ ਸਿਰ ਦੇ ਉੱਤੇ ਬੈਠੇ ਆ, ਤੂੰ ਕਿਉਂ ਡੋਲਦਾ? ਸਮਰੱਥ ਸੁਆਮੀ ਜੀ ਨੇ ਤੇਰੀ ਬਾਹ ਫੜੀ ਹੋਈ ਹੈ। ਇਹ ਗਿਆਨ ਵਾਲੀ ਮੱਤ ਹੈ। ਗੁਰਸਿੱਖ ਰੂਪੀ ਯੋਗੀਆਂ ਕੋਲ ਡੰਡਾ ਹੈ। ਨਿਹੰਗ ਸਿੰਘਾਂ ਦੇ ਬੋਲੇ 'ਚ ਇਹਨੂੰ ਅਕਲਦਾਨ ਵੀ ਕਹਿੰਦੇ ਆ, ਇਹਨੂੰ ਪੰਜਵਾਂ ਵੇਦ ਵੀ ਕਹਿੰਦੇ ਆ, ਇਹਨੂੰ ਸਲੋਤਰ ਵੀ ਕਹਿ ਦਿੰਦੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਹਨੂੰ ਆਸਾ ਲਿਖਿਆ। ਆਸਾ ਭਾਈ ਗੁਰਦਾਸ ਜੀ ਨੇ ਆਸਾ ਲਿਖਿਆ। ਤੋ ਕਹਿਣ ਤੋਂ ਭਾਵ ਇਹ ਗਿਆਨ ਵਾਲੀ ਜਿਹੜੀ ਮੱਤ ਹੈ, ਇਹ ਗੁਰਸਿੱਖ ਯੋਗੀਆਂ ਕੋਲ ਡੰਡਾ ਹੈ। ਵਰਤਮਾਨ ਬੇਭੂਤੰ। ਤੇ ਯੋਗੀਆਂ ਨੇ ਸਵਾਹ ਮਲੀ ਹੁੰਦੀ ਸਰੀਰ, ਤੈਨੂੰ ਵਿਭੂਤੀ ਕਹਿੰਦੇ ਆ। ਜਿਹੜੇ ਗੁਰਸਿੱਖ ਯੋਗੀ ਨੇ ਉਹਨਾਂ ਨੇ ਕਿਹੜੀ ਵਿਭੂਤੀ ਮਲੀ ਹੋਈ ਹੈ? ਵਰਤਮਾਨ।
ਵਰਤਮਾਨ ਦਾ ਮਤਲਬ ਆ ਜਿਹੜਾ ਵਰਤਾਰਾ ਵਰਤ ਰਿਹਾ ਇਹਨੂੰ ਨਾਸ਼ਵਾਨ ਸਮਝਦੇ ਨੇ ਗੁਰਸਿੱਖ। ਇਹ ਤਾਂ ਨਸ਼ਵਰ ਹੈ, ਇਹ ਤਾਂ ਸਵਾਹ ਹੋ ਜਾਣ ਵਾਲਾ ਹੈ। ਇਹ ਜਿਹੜਾ ਸੰਸਾਰ ਨੂੰ ਵਰਤਣ ਵਾਲੇ ਵਰਤਾਰੇ ਨੂੰ ਨਾਸ਼ਵਾਨ ਸਮਝਣਾ, ਇਹ ਹੈ ਸਵਾਹ ਜਿਹੜੀ ਗੁਰਸਿੱਖ ਯੋਗੀਆਂ ਨੇ ਸਰੀਰ ਤੇ ਮਿਲੀ ਹੋਈ। ਦੂਜਾ ਅਰਥ ਏਦਾਂ ਵੀ ਵਰਤਮਾਨ ਜਿਹੜਾ ਸਾਰਿਆਂ ਵਿੱਚ ਵਰਤ ਰਿਹਾ ਪਰਮਾਤਮਾ, ਇਹ ਸਮਝਣਾ ਵੀ ਉਹ ਸਾਰਿਆਂ 'ਚ ਵਰਤ ਰਿਹਾ। ਇਹ ਮਾਨੋ ਸਵਾਹ ਹੈ ਜਿਹੜੀ ਗੁਰਸਿੱਖ ਯੋਗੀਆਂ ਨੇ ਆਪਣੇ ਸਰੀਰ ਤੇ ਲਾਈ ਹੋਈ ਹੈ। ਹਰ ਕੀਰਤ ਰਹਿ ਰਾਸ ਹਮਾਰੇ। ਹਰ ਕੀਰਤ, ਹਰੀ ਦੀ ਕੀਰਤੀ, ਪਰਮੇਸ਼ਰ ਦੀ ਵਡਿਆਈ, ਰਹਿ ਰਾਸ ਹਮਾਰੀ। ਹਰ ਕੀਰਤ ਹਮਰੀ ਰਹਿ ਰਾਸ। ਏਦਾਂ ਵੀ ਪੜ੍ਹਦੇ ਆ, ਹਰੀ ਪਰਮੇਸ਼ਰ ਦੀ ਕੀਰਤੀ ਸਾਡੀ ਰਹਿ ਰਾਸ ਹੈ। ਰਹਿ ਰਾਸ ਕਿਹਨੂੰ ਕਹਿੰਦੇ ਆ? ਰਹੋ ਰੀਤ, ਮਰਜ਼ਾਦਾ। ਸੰਧਿਆ ਵੇਲੇ ਸੋਦਰ ਦੀ ਚੌਂਕੀ ਤੋਂ ਬਾਅਦ ਗੁਰਸਿੱਖ ਦਾ ਨਿਤਨੇਮ ਹੈ ਰਹਿ ਰਾਸ। ਰੋ ਰੀਤੀ, ਸ੍ਰੇਸ਼ਟ ਰੀਤੀ, ਚੰਗੀ ਰੀਤੀ, ਵਧੀਆ ਰੀਤ, ਚੰਗੀ ਮਰਿਆਦਾ। ਕਹਿੰਦੇ ਜਿਹੜੀ ਹਰੀ ਦੀ ਕੀਰਤੀ ਹੈ ਇਹੀ ਸਾਡੀ ਰਹੁ ਰੀਤ ਹੈ। ਕਈ ਕਹਿ ਦਿੰਦੇ ਜੀ ਸਾਡੀ ਇਹ ਰਹੁ ਰੀਤ ਚਲਦੀ ਆਉਂਦੀ, ਜੀ ਸਾਡੇ ਖਾਨਦਾਨ ਵਿੱਚ ਚਲਦੀ, ਜੀ ਸਾਡੇ ਪਿੰਡਾਂ 'ਚ ਰਹੁ ਰੀਤ ਚਲਦੀ ਆਉਂਦੀ ਹੈ, ਜੀ ਸਾਡੇ ਪਰਿਵਾਰਾਂ ਦੇ ਵਿੱਚ ਇਹ ਰਹੁ ਰੀਤ ਚਲਦੀ ਆਉਂਦੀ ਹੈ। ਗੁਰਸਿੱਖ ਦੀ ਰਹੁ ਰੀਤ ਕਿਹੜੀ ਹੈ? ਗੁਰਸਿੱਖ ਦੀ ਰਹੁ ਰੀਤ ਹੈ ਹਰੀ ਦੀ ਕੀਰਤੀ। ਗੁਰਸਿੱਖ ਕਹਿੰਦਾ ਜੀ ਸਾਡੀ ਰਹੁ ਰੀਤ ਹੈ ਹਰੀ ਦੀ ਕੀਰਤੀ ਕਰਨੀ ਹੈ, ਸਾਡੇ ਪਰਿਵਾਰਾਂ 'ਚ ਚਲਦੀ ਹੈ, ਇਹ ਸਾਡੇ ਪੁਰਖਿਆਂ ਵਿੱਚ ਚਲਦੀ ਆਈ ਹੈ, ਇਹ ਸਾਡੇ ਬਾਬਿਆਂ ਬਜ਼ੁਰਗਾਂ 'ਚ ਚਲਦੀ ਆਈ ਹੈ। ਹਰੀ ਦੀ ਕੀਰਤੀ ਕਰਨੀ, ਪਰਮੇਸ਼ਰ ਦੀ ਕੀਰਤੀ ਕਰਨੀ, ਇਹ ਸਾਡੀ ਰਹੁ ਰੀਤ ਹੈ। ਹਾਂਜੀ। ਗੁਰਮੁਖ ਪੰਥ ਅਤੀਤੰ। ਜਿਹੜਾ ਗੁਰਮੁਖਾਂ ਦਾ ਪੰਥ ਹੈ ਨਾ, ਗੁਰਮੁਖਾਂ ਦਾ, ਉਹ ਅਤੀਤਾਂ, ਕਿਉਂਕਿ ਯੋਗੀਆਂ ਦੇ 12 ਪੰਥ ਨੇ ਤੇ ਯੋਗੀਆਂ ਦਾ ਪੰਥ ਤੇ 12 ਹੋ ਗਏ। ਗੁਰਸਿੱਖਾਂ ਦਾ ਪੰਥ ਕਿਹੜਾ? ਗੁਰਸਿੱਖਾਂ ਦਾ ਪੰਥ ਅਤੀਤ ਹੋ ਕੇ ਰਹਿਣਾ, ਗ੍ਰਸਤ ਵਿੱਚ ਵੀ ਅਤੀਤ ਹੋ ਕੇ ਰਹਿਣਾ। ਅਤੀਤ ਕਹਿੰਦੇ ਨੇ ਨਿਰਾਲਾ ਹੋ ਕੇ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਤ ਕੀ ਜਟਾ ਜੋਗ ਕੋ ਮੱਜਨ। ਇਹ ਆ ਗੁਰਸਿੱਖ ਦੀ ਮਰਿਆਦਾ। ਗੁਰਸਿੱਖ ਦਾ ਪੰਥ ਅਤੀਤ ਹੋ ਕੇ, ਅਤੀਤ ਦਾ ਮਤਲਬ ਨਿਰਲੇਪ ਹੋ ਕੇ ਰਹਿਣਾ, ਨਿਰਾਲਮ ਹੋ ਕੇ ਰਹਿਣਾ, ਉਹਨੂੰ ਅਤੀਤ ਕਹਿੰਦੇ ਆ। ਗੁਰਮੁਖਾਂ ਦਾ ਜਿਹੜਾ ਪੰਥ ਹੈ, ਤੁਹਾਡੇ ਪੰਥ ਨੇ ਆਈ ਮੱਤ ਹੈ ਜੀ, ਯੋਗੀਆਂ ਦੇ 12 ਪੰਥ ਨੇ ਤੇ 12 ਪੰਥਾਂ ਦੇ ਵਿੱਚ ਉਹ ਵਿਚਰਦੇ ਆ। ਮਹਾਰਾਜ ਜੀ ਕਹਿੰਦੇ ਸਾਡੇ ਗੁਰਮੁਖਾਂ ਦਾ ਜਿਹੜਾ ਪੰਥ ਹੈ ਉਹ ਅਤੀਤ ਪੰਥ ਹੈ। ਸਗਲੇ ਜੋਤ ਹਮਾਰੇ ਸੰਮਿਆ। ਸੰਮਿਆ ਕਿਹਨੂੰ ਕਹਿੰਦੇ ਆ ਭਲਾ? ਸੰਮਿਆ, ਸੰਮਿਆ ਦਾ ਮਤਲਬ ਹੁੰਦਾ ਬਰਾਗਣ। ਲੱਕੜ ਦੀ ਹੁੰਦੀ, ਯੋਗੀਆਂ ਨੇ ਫੜੀ, ਉਹਦਾ ਆਸਰਾ ਰੱਖ ਕੇ ਉਹਦੇ ਆਸਰੇ ਨਾਲ ਭਜਨ ਕਰਦੇ ਆ ਜਾਂ ਸਾਧਨਾ ਕਰਦੇ, ਉਹ ਬਰਾਗਣ ਹੁੰਦੀ। ਮਹਾਰਾਜ ਜੀ ਕਹਿੰਦੇ ਸਾਡੀ ਬਰਾਗਣ ਕਿਹੜੀ ਹੈ? ਸੰਮਿਆ। ਕਹਿੰਦੇ ਸਾਡੀ ਬਰਾਗਣ ਹੈ ਕਿ ਅਸੀਂ ਪਰਮੇਸ਼ਰ ਦੀ ਜੋਤ ਨੂੰ ਸਾਰਿਆਂ ਵਿੱਚ ਵਿਆਪਕ ਹੋਇਆ ਸਮਝਿਆ, ਇਹ ਸਾਡੀ ਬਰਾਗਣ ਹੈ। ਸਗਲੀ ਜੋਤ ਹਮਾਰੀ ਸੰਮਿਆ। ਕਹਿੰਦੇ ਸਾਰਿਆਂ ਵਿੱਚ ਜਿਹੜੀ ਜੋਤ ਰਮੀ ਹੋਈ ਹੈ ਪਰਮੇਸ਼ਰ ਦੀ, ਇਹ ਸਾਡੀ ਸੰਮਿਆ ਕਹਿੰਦੇ ਆ, ਬਰਾਗਣ ਹੈ। ਹਾਂਜੀ। ਨਾਨਾ ਵਰਨ ਅਨੇਕੰ। ਜਿਹੜੇ ਨਾਨਾ ਵਰਨ ਅਨੇਕ ਨਜ਼ਰ ਆਉਂਦੇ ਹੈ, ਨਾਨਾ ਰੰਗ, ਨਾਨਾ ਰੂਪ। ਨਾਨਾ ਦਾ ਮਤਲਬ ਹੁੰਦਾ ਅਨੇਕ। ਇਹਨਾਂ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਵਰਤ ਰਹੀ ਹੈ। ਕਹਿੰਦੇ ਇਹ ਅਸੀਂ ਸਮਝ ਲਿਆ, ਇਹੀ ਸਾਡੀ ਬਰਾਗਣ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ, ਸਭ ਮਹਿ ਚਾਨਣ ਹੋਏ। ਸਭ ਵਿੱਚ ਉਹੀ ਵਰਤ ਰਿਹਾ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਭ ਵਿੱਚ ਵਰਤ ਰਿਹਾ, ਇਹ ਸਮਝਣਾ ਇਹੀ ਸਾਡੀ ਬਰਾਗਣ ਹੈ। ਕਹੋ ਨਾਨਕ ਸੁਣ ਭਰਥਰ ਜੋਗੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਰਥਰੀ ਯੋਗੀ ਜੀ ਸੁਣੋ, ਧਿਆਨ ਨਾਲ ਸੁਣੋ।
ਪਾਰ ਬ੍ਰਹਮ ਲਿਵ ਏਕੰ। ਸਾਡੀ ਉਸ ਪਾਰ ਬ੍ਰਹਮ ਪਰਮੇਸ਼ਰ ਇੱਕ ਨਾਲ ਲਿਵ ਲੱਗੀ ਹੋਈ ਹੈ। ਇਹ ਸਾਡਾ ਧਿਆਨ ਉਹਦੇ ਨਾਲ ਜੁੜਿਆ ਹੋਇਆ ਹੈ। ਅਸੀਂ ਕਿਸੇ ਸਿੰਘੀ ਦੀ ਆਵਾਜ਼ ਵਿੱਚ ਆਪਣਾ ਧਿਆਨ ਨਹੀਂ ਜੋੜਿਆ, ਲਿਵ ਨਹੀਂ ਲਾਈ। ਸਾਡੀ ਲਿਵ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਵਿੱਚ ਲੱਗੀ ਹੋਈ ਹੈ। ਚੌਪਈ ਐਸੋ ਜੋਗ ਜੇ ਨਰ ਜਗ ਧਾਰ ਮਹਾਰਾਜ ਜੀ ਹੈ। ਕਹਿੰਦੇ ਜੇ ਇਹੋ ਜਿਹਾ ਯੋਗ ਜਿਹੜੇ ਨਰ ਇਹ ਸੰਸਾਰ ਵਿੱਚ ਧਾਰਨ ਕਰਦੇ ਹਨ, ਮਨ ਕੇ ਸਗਲੇ ਮੈਲ ਨਿਵਾਰ ਹੈ। ਸਤਿਗੁਰੂ ਜੀ ਕਹਿੰਦੇ ਯੋਗ ਹੈ ਗੁਰਮਤਿ ਦਾ ਯੋਗ। ਇਹ ਭਗਤੀ ਯੋਗ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਦੱਸਿਆ। ਜਪਜੀ ਸਾਹਿਬ ਵਿੱਚ ਵੀ ਪਾਤਸ਼ਾਹ ਇਹਦੇ ਬਾਰੇ ਉੱਥੇ ਵੀ ਵਿਸਥਾਰ ਕਰਦੇ। ਮੁੰਦਾ ਸੰਤੋਖ ਧਰਮ ਸਰਮਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀ ਧਿਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਉੱਥੇ ਵੀ ਸਤਿਗੁਰਾਂ ਦੱਸਿਆ। ਮਹਾਰਾਜ ਜੀ ਕਹਿੰਦੇ ਭਰਤਰੀ ਜੀ ਇਹ ਯੋਗ ਹੈ ਗੁਰਸਿੱਖਾਂ ਦਾ, ਇਹ ਭਗਤੀ ਯੋਗ ਹੈ। ਤੇ ਭਗਤੀ ਦਾ ਇਹ ਯੋਗ ਜਿਹੜੇ ਨਰ ਆਪਣੇ ਹਿਰਦੇ 'ਚ ਧਾਰਨ ਕਰਦੇ ਨੇ, ਮਨ ਕੀ ਸਗਲੀ ਮੈਲ ਨਿਵਾਰ ਹੈ, ਉਹਨਾਂ ਦੇ ਮਨ ਦੀ ਸਾਰੀ ਮੈਲ ਨੂੰ ਇਹ ਯੋਗ ਦੂਰ ਕਰ ਦਿੰਦਾ ਜਿਹੜਾ ਉੱਪਰ ਦੱਸਿਆ। ਖਿੰਥਾ ਦੀ ਖਿਮਾ ਹੋਵੇ, ਗੁਰੂ ਦੇ ਸ਼ਬਦ ਦੀਆਂ ਮੁੰਦਰਾਂ ਹੋਣ, ਇਸੇ ਤਰ੍ਹਾਂ ਪਰਮ ਤੱਤ ਵਿੱਚ ਜੁੜਨਾ ਇਹ ਯੋਗ ਹੋਵੇ। ਆਸਣ ਪਰਮੇਸ਼ਰ ਨਿਰਵਿਕਲਪ ਸਰੂਪ 'ਚ ਵਾਹਿਗੁਰੂ 'ਚ ਧਿਆਨ ਜੋੜਨਾ, ਗਿਆਨ ਦਾ ਡੰਡਾ ਹੋਵੇ, ਵਿਚਾਰ ਦਾ ਪਾਤਰ ਹੋਵੇ ਹੱਥ ਵਿੱਚ, ਤੇ ਪਰਮੇਸ਼ਰ ਨੂੰ ਵਿਆਪਕ ਸਮਝਣਾ, ਇਹ ਸਰੀਰ ਦੇ ਉੱਤੇ ਸਵਾਹ ਮਲੀ ਹੋਵੇ, ਤੇ ਪਰਮੇਸ਼ਰ ਦੀ ਜੋਤ ਸਰਬ ਥਾਈਂ ਰਮੀ ਹੋਈ ਵੇਖਣੀ, ਇਹ ਬੈਰਾਗਣ ਹੋਵੇ। ਇਹ ਯੋਗ ਧਾਰਨ ਕੀਤਿਆਂ ਭਰਤਰੀ ਜੀ ਇਹ ਮਨ ਨਿਰਮਲ ਤੇ ਪਵਿੱਤਰ ਹੋ ਜਾਂਦਾ ਹੈ। ਪੁਨ ਜੋ ਪਿਆਲਾ ਤੋਹੇ ਬਖਾਨਾ। ਇਹ ਤੇ ਤੁਹਾਨੂੰ ਦੱਸਿਆ ਵੀ ਮਨ ਕਿਵੇਂ ਇਹਨੇ ਪੁੱਛਿਆ ਨਾ ਵੀ ਯੋਗ ਬਿਨਾ ਕਿਵੇਂ ਮਨ ਨਿਰਮਲ ਹੋ ਸਕਦਾ। ਮਹਾਰਾਜ ਜੀ ਕਹਿੰਦੇ ਇਸ ਯੋਗ ਨਾਲ ਹੋ ਸਕਦਾ ਜਿਹੜਾ ਤੈਨੂੰ ਦੱਸਿਆ ਆਸਾ ਰਾਗ 'ਚ ਸ਼ਬਦ ਉਚਾਰ ਕੇ, ਇਹ ਭਗਤੀ ਯੋਗ। ਇੱਕ ਸਵਾਲ ਦਾ ਜਵਾਬ ਦਿੱਤਾ ਭਰਤਰੀ ਜੀ ਦੇ, ਜਿਹੜਾ ਸਵਾਲ ਉਹਨਾਂ ਨੇ ਪਹਿਲਾਂ ਪੁੱਛਿਆ ਸੀ ਵੀ ਮਨ ਨਿਰਮਲ ਕਿਵੇਂ ਹੋਵੇਗਾ। ਮਹਾਰਾਜ ਜੀ ਕਹਿੰਦੇ ਇਦਾਂ ਹੋਵੇਗਾ। ਫਿਰ ਪਾਤਸ਼ਾਹ ਕਹਿੰਦੇ ਜਿਹੜਾ ਦੂਸਰਾ ਸਵਾਲ ਤੁਸੀਂ ਕੀਤਾ ਕਿ ਪਿਆਲਾ ਪੀਂਦੇ ਆ ਯੋਗੀ ਤੇ ਪੀ ਕੇ ਫਿਰ ਉਹ ਆਪਣਾ ਧਿਆਨ ਜੋੜਦੇ, ਤੇ ਤੁਹਾਡੇ ਮਤ ਵਿੱਚ ਪਿਆਲਾ ਕਿਹੜਾ? ਮਹਾਰਾਜ ਜੀ ਕਹਿੰਦੇ ਸੁਣ ਹੁਣ ਉਹਦੇ ਬਾਰੇ ਵੀ। ਹਾਂਜੀ। ਸੋ ਅਬ ਕਹੋ ਸੁਨਹੁ ਦੇ ਕਾਨਾ। ਮਹਾਰਾਜ ਜੀ ਕਹਿੰਦੇ ਜਿਹੜੇ ਸਾਡੇ ਗੁਰਸਿੱਖ ਯੋਗੀ ਪਿਆਲਾ ਪੀਂਦੇ ਆ ਨਾ, ਉਹ ਸੁਣ ਹੁਣ ਧਿਆਨ ਨਾਲ ਕਿ ਸਾਡੇ ਮਤ ਵਿੱਚ ਜਿਹੜਾ ਪਿਆਲਾ ਹੈ ਉਹ ਕੈਸਾ ਹੈ। ਜਿਵੇਂ ਸ਼ਰਾਬ ਕੱਢਦੇ ਆ ਤੇ ਸ਼ਰਾਬ ਕੱਢਣ ਵੇਲੇ ਭੱਠੀ ਲਾਉਂਦੇ ਆ, ਉਹਦੇ ਤੇ ਇੱਕ ਨਲੀ ਲਾ ਕੇ ਉਹਨੂੰ ਪੋਚਾ ਲਾ ਕੇ ਉੱਤੋਂ ਉਹਦੇ ਚੋਂ ਫਿਰ ਅਰਕ ਕੱਢਦੇ ਆ। ਉਹ ਅਰਕ ਪਿਆਲਿਆਂ 'ਚ ਪਾ ਕੇ ਗੁੜ ਪਾਉਂਦੇ ਆ, ਕਿੱਕਰ ਦੇ ਸੱਕ ਪਾਉਂਦੇ ਆ, ਮਹੂਏ ਦੇ ਫੁੱਲ ਪਾਉਂਦੇ ਆ, ਤੇ ਪਾ ਕੇ ਤੇ ਫਿਰ ਉਹਦਾ ਅਰਕ ਕੱਢ ਕੇ ਉਹਦੀ ਸ਼ਰਾਬ ਬਣਾ ਕੇ ਪੀਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਮਤ ਵਿੱਚ ਜਿਹੜਾ ਪਿਆਲਾ ਹੈ, ਕਿਹੜਾ ਗੁੜ ਪਾਇਆ ਜਾਂਦਾ ਹੈ, ਉਹਦੇ ਵਿੱਚ ਕਿਹੜੇ ਮਹੂਏ ਦੇ ਫੁੱਲ ਪਾਏ ਜਾਂਦੇ ਹੈ, ਉਹਦੇ 'ਚ ਕਿਹੜੇ ਕਿੱਕਰਾਂ ਦਾ ਸੱਕ ਪਾਇਆ ਜਾਂਦਾ ਹੈ, ਉਹਦੀ ਭੱਠੀ ਕਿਹੜੀ ਹੈ, ਉਹਦੇ ਤੇ ਕਿਹੜੀ ਨਾਲੀ ਹੈ ਜਿਹੜੀ ਲਾਈ ਜਾਂਦੀ ਉੱਤੋਂ, ਉਹਦੇ ਤੇ ਕਿਹੜਾ ਪੋਚਾ ਜਿਹੜਾ ਉੱਤੇ ਫੇਰਿਆ ਜਾਂਦਾ ਹੈ, ਫਿਰ ਕਿਹੜਾ ਪਿਆਲਾ ਹੈ ਜਿਹੜਾ ਉੱਤੇ ਅੱਗੇ ਰੱਖਿਆ ਜਾਂਦਾ, ਤੇ ਉਹਦੇ 'ਚ ਕਿਹੜਾ ਅਰਕ ਹੈ ਜਿਹੜਾ ਉਹਦੇ ਵਿੱਚ ਪਿਆਲੇ 'ਚ ਭਰਦਾ ਹੈ, ਤੇ ਫਿਰ ਉਹਨੂੰ ਕਿਹੜਾ ਗੁਰਸਿੱਖ ਯੋਗੀ ਹੈ ਜਿਹੜਾ ਪੀਂਦਾ ਹੈ। ਉਹ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ। ਕਬੀਰ ਜੀ ਮਹਾਰਾਜ ਜੀ ਨੇ ਵੀ ਇਹਦੇ ਬਾਰੇ ਆਪਣੇ ਬਚਨਾਂ ਵਿੱਚ ਜ਼ਿਕਰ ਕੀਤਾ। ਹੋਰ ਵੀ ਬਚਨ ਆਉਂਦੇ ਗੁਰਬਾਣੀ 'ਚ। ਭਾਠੀ ਗਗਨ ਸਿੰਘਿਆ ਚੁੰਗਿਆ ਕਨਕ ਕਲਸ ਇੱਕ ਪਾਇਆ, ਉੱਥੇ ਵੀ ਉਹਦਾ ਜ਼ਿਕਰ ਆਉਂਦਾ। ਤਿਸ ਮੈਂ ਧਾਰ ਚੋਇਆ ਤੇ ਨਿਰਮਲ, ਉਹ ਬੜੀ ਡੂੰਘੀ ਵਿਆਖਿਆ ਹੈ ਕਿ ਕਿਵੇਂ ਗਗਨ ਮੰਡਲ ਵਿੱਚ ਆਕਾਸ਼, ਗਗਨ ਮੰਡਲ ਕਿਹੜਾ? ਦਸਮ ਦੁਆਰ। ਉਸ ਦਸਮ ਦੁਆਰ ਦੇ ਵਿੱਚ ਭੱਠੀ ਬਣਦੀ ਹੈ, ਉੱਥੇ ਕਿਵੇਂ। ਚਲੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ
ਇੱਥੇ ਆਸਾ ਰਾਗ ਵਿੱਚ ਬਚਨ ਉਚਾਰ ਰਹੇ ਨੇ, ਦੱਸ ਰਹੇ ਨੇ ਕਿਹੜਾ ਪਿਆਲਾ ਹੈ। ਹਾਂਜੀ, ਆਸਾ ਮਹੱਲਾ ਪਹਿਲਾ। ਰਾਗ ਆਸਾ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਬਾਣੀ ਆਈ ਹੈ, ਉਚਾਰਦੇ ਹਨ। ਗੁੜ ਕਰ ਗਿਆਨ ਧਿਆਨ ਕਰ ਧਾਵੈ। ਮਹਾਰਾਜ ਜੀ ਕਹਿੰਦੇ ਆ ਧਿਆਨ ਦਾ ਗੁੜ ਬਣਾਓ। ਜਿਵੇਂ ਸ਼ਰਾਬ ਬਣਾਉਣ ਵੇਲੇ ਗੁੜ ਪਾਉਂਦੇ ਆ ਵਿੱਚ, ਕਹਿੰਦੇ ਧਿਆਨ ਦਾ ਗੁੜ, ਗੁੜ ਕਰ ਧਿਆਨ, ਧਿਆਨ ਦਾ ਗੁੜ ਕਰੀਏ, ਪਰਮੇਸ਼ਰ ਦਾ ਧਿਆਨ ਰੱਖੀਏ ਆਪਣੇ ਹਿਰਦੇ ਵਿੱਚ, ਸੁਰਤ ਵਿੱਚ। ਇਹ ਹੈ ਗੁੜ। ਤੇ ਗੁੜ ਕਰ ਗਿਆਨ, ਹਾਂ ਗਿਆਨ ਦਾ ਗੁੜ ਹੋਵੇ। ਧਿਆਨ ਕਰ ਧਾਵੈ, ਧਾਵੇ ਦੇ ਫੁੱਲ ਹੁੰਦੇ ਜਿਹਨੂੰ ਮਹੂਏ ਦੇ ਫੁੱਲ ਵੀ ਕਹਿ ਦਿੰਦੇ ਆ। ਇੱਕ ਇਹੋ ਜਿਹਾ ਬੂਟਾ ਹੁੰਦਾ ਮਹੂਏ ਦਾ, ਉਹਨੂੰ ਫੁੱਲ ਲੱਗਦੇ ਆ, ਫਲ ਲੱਗਦੇ, ਉਹਦੇ ਵਿੱਚ ਨਸ਼ਾ ਹੁੰਦਾ ਹੈ। ਉਹਦੇ ਫੁੱਲ ਤੋੜ ਕੇ ਪਾਉਂਦੇ ਆ ਸ਼ਰਾਬ ਬਣਾਉਣ ਵੇਲੇ ਮਹੂਏ ਦੇ। ਮਹਾਰਾਜ ਜੀ ਕਹਿੰਦੇ ਗਿਆਨ ਦਾ ਗੁੜ ਹੋਵੇ ਤੇ ਧਿਆਨ ਦੇ ਵਿੱਚ ਮਹੂਏ ਦੇ ਫੁੱਲ ਪਾਏ ਹੋਏ ਨੇ। ਕਰ ਕਰਨੀ ਕਸ ਪਾਈਐ। ਔਰ ਜਿਹੜੀ ਚੰਗੀ ਕਰਨੀ ਹੈ, ਸ੍ਰੇਸ਼ਟ ਕਰਨੀ, ਚੰਗੇ ਕੰਮ ਕਰਨੇ, ਇਹ ਆ ਵਿੱਚ ਕਿੱਕਰਾਂ ਦੇ ਸੱਕ ਪਾਏ ਹੋਏ ਆ। ਕਸ ਪਾਈ ਗਿਆ, ਕਸ ਮਤਲਬ ਸੱਕ। ਜਿਹੜੇ ਕਿੱਕਰਾਂ ਦੇ ਸੱਕ ਨੇ, ਕਹਿੰਦੇ ਉਹ ਮੰਨ ਲਓ ਵੀ ਇਹਦੇ ਵਿੱਚ ਉਹ ਪਾਏ ਹੋਏ ਨੇ ਵੀ ਜਿਹੜੀ ਚੰਗੀ ਕਰਨੀ ਹੈ। ਪਾਠੇ ਭਵਨ ਪ੍ਰੇਮ ਕਾ ਪੋਚਾ। ਕਹਿੰਦੇ ਆ ਜਿਹੜਾ ਸਰੀਰ ਹੈ ਇਹ ਪੱਠੀ ਸਮਝ ਲਓ। ਇਹ ਜਿਹੜਾ ਸਰੀਰ ਭਵਨ ਹੈ ਨਾ, ਇਹ ਪੱਠੀ ਹੈ। ਤੇ ਇਹਦੇ ਵਿੱਚ ਪ੍ਰੇਮ ਕਾ ਪੋਚਾ, ਜਿਹੜੀ ਨਲੀ ਹੈ, ਜਿਹਦੇ ਅਰਕ ਕੱਢਣ ਵਾਲੀ, ਉਹ ਪੱਠੀ ਨੂੰ ਲਾਈ ਹੁੰਦੀ ਹੈ, ਜਿਹਦੇ ਚ ਬੂੰਦ ਬੂੰਦ ਕਰਕੇ ਟਪਕਦਾ। ਕਹਿੰਦੇ ਉਹਦੇ ਤੇ ਜਿਹੜਾ ਪ੍ਰੇਮ ਦਾ ਪੋਚਾ ਲਾਣਾ, ਪ੍ਰੇਮ ਦੇ ਨਾਲ ਉਹਨੂੰ ਲਿਪਣਾ, ਵੀ ਵਿੱਚੋਂ ਹਵਾ ਨਾ ਨਿਕਲੇ, ਭਾਫ ਨਾ ਨਿਕਲੇ, ਉਸ ਤਰੀਕੇ ਨਾਲ। ਹਾਂਜੀ, ਇਤ ਰਸ ਅਮਿਓ ਚੁਆਈਐ। ਕਹਿੰਦੇ ਇਸ ਤਰੀਕੇ ਨਾਲ ਇਉਂ ਯੋਗੀ ਜੀ ਫਿਰ ਉੱਥੇ ਅੰਮ੍ਰਿਤ ਰਸ ਚਾਹੁੰਦਾ ਹੈ। ਅੰਮ੍ਰਿਤ ਰਸ ਇਹ ਤਰ੍ਹਾਂ ਸੇ ਅਮਿਓ ਚੁਆਈਐ, ਇਉਂ ਇਸ ਤਰੀਕੇ ਨਾਲ ਉੱਥੇ ਅੰਮ੍ਰਿਤ ਰਸ ਚਾਹੁੰਦਾ। ਉੱਥੇ ਅੰਮ੍ਰਿਤ ਵੰਡੀਐ ਸੁਖੀਆ ਹਰ ਕਰਨੇ, ਉੱਥੇ ਅੰਮ੍ਰਿਤ ਵੰਡੀਐ, ਫਿਰ ਉੱਥੇ ਅੰਮ੍ਰਿਤ ਰਸ ਝਰਦਾ ਹੈ। ਬਾਬਾ ਮਨ ਮਤਵਾਰੂ ਨਾਮ ਰਸ ਪੀਵੈ। ਕਹਿੰਦੇ ਜਿਵੇਂ ਯੋਗੀ ਨਹੀਂ ਸ਼ਰਾਬ ਪੀ ਕੇ ਮਤਵਾਲੇ ਹੁੰਦੇ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਬਾਬਾ ਪਰਥਰੀ ਇਹ ਮਨ ਫਿਰ ਮਤਵਾਲਾ ਹੋ ਜਾਂਦਾ ਜਦੋਂ ਨਾਮ ਦਾ ਰਸ ਪੀਂਦਾ। ਨਾਮ ਰਸ ਪੀਵੈ, ਨਾਮ ਦਾ ਰਸ ਪੀ ਕੇ ਇਹ ਮਨ ਮਸਤ ਹੋ ਜਾਂਦਾ, ਮਤਵਾਲਾ ਹੋ ਜਾਂਦਾ। ਸਹਿਜ ਰੰਗ ਰਚ ਰਹਿਆ। ਇਹ ਸਹਿਜ ਦਾ ਰੰਗ ਹੈ, ਗਿਆਨ ਦਾ, ਸ਼ਾਂਤੀ ਦਾ, ਆਨੰਦ ਦਾ, ਉਹਦੇ ਰੰਗ ਦੇ ਰਚ, ਉਸ ਰੰਗ ਵਿੱਚ ਫਿਰ ਇਹ ਰਚਿਆ ਰਹਿੰਦਾ, ਲੱਗਾ ਰਹਿੰਦਾ। ਅਹਨਸ ਬਨੀ ਪ੍ਰੇਮ ਲਿਵ ਲਾਗੇ। ਰਾਤ ਦਿਨ ਇਹ ਸਰੂਰ ਰਾਤ ਦਿਨ ਬਣਿਆ ਰਹਿੰਦਾ। ਜਿਹੜੇ ਪਿਆਲੇ ਤੁਸੀਂ ਪੀਂਦੇ ਹੋ ਨਾ ਯੋਗੀ ਜੀ, ਇਹ ਝਟਕ ਬਾਅਦ ਲੱਥ ਜਾਂਦੇ ਆ, ਫਿਰ ਪੀਂਦੇ ਹੋ। ਆ ਜਿਹੜੀ ਪਿਆਲਾ, ਜਿਹੜੇ ਰਸ ਦੀ ਅਸੀਂ ਗੱਲ ਕਰਦੇ ਆ, ਮਹਾਰਾਜ ਜੀ ਕਹਿੰਦੇ ਰਾਤ ਦਿਨ ਪਰਮੇਸ਼ਰ ਨਾਲ ਪ੍ਰੇਮ ਲੱਗੀ ਰਹਿੰਦੀ, ਲਿਵ ਲੱਗੀ ਰਹਿੰਦੀ ਹੈ। ਸ਼ਬਦ ਅਨਾਹਦ ਗਹਿਆ। ਜਿਹੜਾ ਅਨਹਦ ਬਿਨਾਂ ਵਜਾਇਆ ਵੱਜਣ ਵਾਲਾ ਸਤਿਗੁਰਾਂ ਦੇ ਸ਼ਬਦ ਦਾ ਨਾਦ ਹੈ, ਉਹਨੂੰ ਅਸੀਂ ਗ੍ਰਹਿਣ ਕੀਤਾ ਹੈ। ਰਹਾਉ ਪੂਰਾ ਸੱਚ ਪਿਆਲਾ ਸਹਜੇ। ਇਹ ਸੱਚ ਦਾ ਪਿਆਲਾ ਹੈ, ਪੂਰਾ ਭਰਿਆ ਸਹਿਜ ਦਾ, ਆਨੰਦ ਦਾ, ਗਿਆਨ ਦਾ। ਤਿਸ ਹੈ ਪਿਆਏ ਜਾ ਕਉ ਨਦਰ ਕਰੇ। ਇਹ ਭਰਥਰੀ ਜੀ, ਇਹ ਪਿਆਲਾ ਉਹਨੂੰ ਪੀਣ ਨੂੰ ਮਿਲਦਾ ਜਿਹਨੂੰ ਪਰਮੇਸ਼ਰ ਨਦਰ ਕਰਕੇ ਪਿਲਾਉਂਦਾ ਹੈ। ਜਿਹਦੇ ਤੇ ਵਾਹਿਗੁਰੂ ਆਪਣੀ ਦਇਆ ਦ੍ਰਿਸ਼ਟੀ ਕਰਕੇ ਪਿਆਲਾ ਪਿਲਾਉਂਦਾ ਨਾ, ਉਹ ਸਾਕੀ ਹੋ ਕੇ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਦਰਸ਼ਨ ਆ ਕੇ ਕਰਦੇ ਤੇ ਗੁਰਦੇਵ ਦੀ ਨਿਗਾਹ ਨਾਲ ਹੀ ਉਹਨਾਂ ਨੂੰ ਇਹੋ ਜਿਹੇ ਪਿਆਲੇ ਭਰ ਭਰ ਕੇ ਪੀਣ ਨੂੰ ਪ੍ਰਾਪਤ ਹੋ ਜਾਂਦੇ ਹਨ। ਅੰਮ੍ਰਿਤ ਕਾ ਵਪਾਰੀ ਹੋਵੇ। ਜਿਹੜਾ ਅੰਮ੍ਰਿਤ ਦਾ ਵਪਾਰੀ ਹੋ ਜਾਂਦਾ, ਜਿਹਨੂੰ ਇਹ ਰਸ ਆਉਣ ਲੱਗ ਪਵੇ, ਜਿਹੜਾ ਇਸ ਅੰਮ੍ਰਿਤ ਨੂੰ ਪੀਣ ਲੱਗ ਪੈਣ, ਇਹਦੇ ਵਪਾਰੀ ਹੋ ਜਾਣ। ਕਿਆ ਮਦ ਛੂਛੈ ਭਾਉ ਤਰੇ। ਝੂਠੀ ਸ਼ਰਾਬ ਦੇ ਨਸ਼ੇ ਨਾਲ ਉਹ ਪ੍ਰੇਮ ਨਹੀਂ ਕਰਦੇ। ਜਿਹੜਾ ਨਸ਼ਾ ਉਹਨਾਂ ਨੂੰ ਗੁਰੂ ਕੀ ਬਾਣੀ ਪੜ੍ਹ ਕੇ ਆਉਂਦਾ, ਜਿਹੜਾ ਨਸ਼ਾ ਉਹਨਾਂ ਨੂੰ ਸਤਿਗੁਰਾਂ ਦੇ ਸ਼ਬਦ ਵਿੱਚੋਂ ਆਉਂਦਾ ਨਾ,
ਉਸ ਰਸ ਨੂੰ ਮਾਣ ਕੇ ਝੂਠੀਆਂ ਸ਼ਰਾਬਾਂ ਦੇ ਨਸ਼ੇ ਨਾਲ ਪ੍ਰੇਮ ਨਹੀਂ ਕਰਦੇ। ਗੁਰ ਕੇ ਸਾਖੇ ਅੰਮ੍ਰਿਤ ਬਾਣੀ, ਗੁਰੂ ਕੀ ਸਿੱਖਿਆ ਅੰਮ੍ਰਿਤ ਬਾਣੀ ਹੈ। ਪੀਵਤ ਹੈ ਪਰਵਾਣ ਭਇਆ, ਜਿਹੜਾ ਇਸ ਅੰਮ੍ਰਿਤ ਬਾਣੀ ਨੂੰ ਪੀਂਦਾ ਯਾਨੀ ਕਿ ਪੜ੍ਹਦਾ ਜਾਂ ਸੁਣਦਾ ਹੈ, ਉਹ ਮੇਰੇ ਸਾਹਿਬ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਉਹ ਆਪਣੇ ਪਿਆਰੇ ਦੇ ਦਰ ਦਰਸ਼ਨਾਂ ਦਾ ਪਿਆਰਾ ਬਣ ਜਾਂਦਾ ਹੈ। ਮੁਕਤ ਬੈਕੁੰਠ ਕਰੇ ਕਿਆ, ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਦੋਂ ਆਪਣੇ ਮਾਲਕ ਦੇ ਦਰ ਦਰਸ਼ਨਾਂ ਦਾ ਪਿਆਰਾ ਬਣ ਜਾਂਦਾ ਨਾ ਤੇ ਮੁਕਤ ਹੋ ਜਾਂਦਾ। ਜਦੋਂ ਮੁਕਤ ਹੋ ਜਾਂਦਾ ਤੇ ਫਿਰ ਉਹ ਬੈਕੁੰਠ ਦੀ ਵੀ ਇੱਛਾ ਨਹੀਂ ਕਰਦਾ। ਉਹਨੂੰ ਫਿਰ ਬੈਕੁੰਠ ਕਿਆ ਕਰਿਆ ਕਿਆ, ਉਹਨੂੰ ਫਿਰ ਬੈਕੁੰਠ ਦੀ ਵੀ ਇੱਛਾ ਨਹੀਂ ਰਹਿ ਜਾਂਦੀ। ਉਹ ਕਹਿੰਦਾ ਜਿਉਂਦਿਆਂ ਜੀ ਹੀ ਬੈਕੁੰਠ ਵਿੱਚ ਵਸ ਰਹੇ ਹਾਂ, ਹੋਰ ਕਿਹੜਾ ਬੈਕੁੰਠ ਜੋ ਮੈਂ ਭਾਲਾਂ। ਸਿਫਤੇ ਰਤਾ ਸਦ ਬੈਰਾਗੀ, ਪਰਮੇਸ਼ਰ ਦੀ ਸਿਫਤ ਵਿੱਚ ਰਤਾ ਉਹ ਸਦਾ ਹੀ ਬੈਰਾਗੀ ਹੋ ਜਾਂਦਾ। ਇਹਨੇ ਆਖਿਆ ਨਾ ਜੀ ਸ਼ਰਾਬ ਪੀ ਕੇ ਬੈਰਾਗੀ ਹੁੰਦੇ। ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਯੋਗੀ ਨੇ ਉਹਦੀ ਸਿਫਤ ਕਰਦਿਆਂ ਬੈਰਾਗੀ ਹੋ ਜਾਂਦੇ ਆ। ਉਹਦੀ ਬਾਣੀ ਪੜ੍ਹਦਿਆਂ ਉਹਨਾਂ ਦੇ ਨੇਤਰਾਂ ਚੋਂ ਨੀਰ ਵਹਿਣ ਲੱਗ ਪੈਂਦਾ। ਬਾਣੀ ਪੜ੍ਹਦਿਆਂ ਪਰਮੇਸ਼ਰ ਦਾ ਸਿਮਰਨ ਕਰਦਿਆਂ ਉਹ ਆਪਣੇ ਹਿਰਦੇ 'ਚ ਵਿਰਾਗ ਧਾਰਨ ਕਰ ਲੈਂਦੇ। ਉਹ ਸਦਾ ਹੀ ਵਿਰਾਗੀ ਨੇ। ਜੂਐ ਜਨਮ ਨਹਾਰੈ, ਉਹ ਜੂਏ 'ਚ ਨਹੀਂ ਆਪਣਾ ਜਨਮ ਹਾਰਦੇ, ਇਸ ਜਨਮ ਨੂੰ ਹਾਰਦੇ ਨਹੀਂ, ਇਸ ਜਨਮ ਦੀ ਬਾਜੀ ਨੂੰ ਜਿੱਤ ਜਾਂਦੇ ਹਨ। ਕਹੋ ਨਾਨਕ ਸੁਣ ਭਰਥਰ ਜੋਗੇ, ਭਰਥਰੀ ਯੋਗੀ ਜੀ ਸੁਣੋ ਧਿਆਨ ਨਾਲ, ਗੁਰੂ ਨਾਨਕ ਸਾਹਿਬ ਕਹਿੰਦੇ ਹਨ ਖੀਵਾ ਅੰਮ੍ਰਿਤ ਧਾਰੈ, ਇਸ ਅੰਮ੍ਰਿਤ ਨੂੰ ਧਾਰਨ ਕਰਕੇ ਉਹ ਯੋਗੀ ਖੀਵੇ ਹੋ ਜਾਂਦੇ ਆ, ਮਸਤ ਹੋ ਜਾਂਦੇ ਆ। ਇਸ ਅੰਮ੍ਰਿਤ ਦੇ ਰਸ ਦੀ ਮਸਤੀ ਦੇ ਵਿੱਚ ਉਹ ਸਦਾ ਹੀ ਮਸਤ ਰਹਿੰਦੇ ਹਨ। ਇਹ ਪਾਵਨ ਅੰਮ੍ਰਿਤ ਬਚਨ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕਰਕੇ ਭਰਥਰੀ ਜੀ ਨੂੰ ਗਿਆਨ ਬਖਸ਼ਿਆ ਹੈ। ਅਗਲਾ ਪ੍ਰਸੰਗ ਆਪ ਜੀ ਅਗਲਿਆਂ ਪ੍ਰਕਰਨਾਂ 'ਚ ਸਰਵਣ ਕਰੋਗੇ। ਸਤਿਗੁਰਾਂ ਦੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਸਥਾਨਾਂ ਤੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਜੋ ਬਸੰਤ ਪੰਚਮੀ ਦੇ ਜੋੜ ਮੇਲ ਸਾਲਾਨਾ ਗੁਰਮਤਿ ਸਮਾਗਮ ਨੇ, ਉਹ ਪਰਸੋਂ 5 ਤਰੀਕ ਨੂੰ ਆ ਰਹੇ ਨੇ। ਅੱਜ ਸਵੇਰੇ 12 ਨੰਬਰ ਕਮਰੇ ਵਿੱਚ ਸਤਿਗੁਰਾਂ ਦੇ ਬਸੰਤ ਪੰਚਮੀ ਦੇ ਜੋੜ ਮੇਲਿਆਂ ਨੂੰ ਮੁੱਖ ਰੱਖਦਿਆਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ, ਜਿਨ੍ਹਾਂ ਦੀ ਸਮਾਪਤੀ ਪਰਸੋਂ ਸਵੇਰੇ ਤਕਰੀਬਨ 9:30 ਵਜੇ ਹੋਵੇਗੀ। ਕੱਲ ਸ਼ਾਮ ਨੂੰ 8 ਵਜੇ ਤੋਂ ਰਾਤ ਦੇ 11 ਵਜੇ ਤੱਕ ਕਵੀ ਦਰਬਾਰ ਹੋ ਰਹੇ ਨੇ। 5 ਤਰੀਕ ਨੂੰ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਜੀ ਦੀ ਵਾਰ ਦੇ ਕੀਰਤਨ ਦੀ ਸੇਵਾ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਕਰਨਗੇ। ਔਰ ਇਸੇ ਤਰ੍ਹਾਂ ਸਾਰਾ ਦਿਨ ਨਿਰੰਤਰ ਦੀਵਾਨ ਸਜਣਗੇ। ਰਾਤ ਨੂੰ ਬਸੰਤ ਰਾਗ ਦਰਬਾਰ ਹੋਣਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਮੂਹ ਸਾਰੇ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ, ਤਨ ਮਨ ਧਨ ਨਾਲ ਸੇਵਾਵਾਂ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਤਨ ਦੀ ਸੇਵਾ, ਮਨ ਦੀ ਔਰ ਧਨ ਦੀ ਸੇਵਾ। ਗੁਰੂ ਕੇ ਲੰਗਰਾਂ ਵਿੱਚ ਵੀ ਸੇਵਾਵਾਂ ਦੀ ਜ਼ਰੂਰਤ ਹੈ। ਜਿੱਥੇ ਜਿੱਥੇ ਵੀ ਸੇਵਾ ਮਿਲੇ, ਤਨ ਕਰਕੇ, ਮਨ ਕਰਕੇ, ਧਨ ਕਰਕੇ, ਸਤਿਗੁਰਾਂ ਦੀਆਂ ਸੇਵਾ ਕਰਕੇ ਨੌਵੇਂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੈ ਸੰਗੀ ਹੈ ਨਿਰੰਕਾਰ, ਇਹ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਤਾਕੈ ਸਦਾ ਬਿਬੇਕ, ਹੈ ਅਪਰੰਪਰ ਹਰ ਹਰੇ, ਹੈ ਪੇਹੋਵਨਹਾਰ, ਹੈ ਸੰਤਹ ਕੈ ਸਦਾ ਸੰਗ, ਇਹ ਧਾਰਾ ਆਧਾਰ, ਹੈ ਠਾਕੁਰ ਹਉ ਦਾਸਰੋ, ਹੈ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਆਖੋ ਹੀਐ ਪਰੋ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਪਾਰ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।